कोविड ਜਿਹੜਾ ਸਿਰੇ ਤੇ ਸੀ, ਲੋਕਡਾਊਨ ਕੰਟਰੀ 'ਚ ਲੱਗੇ ਹੋਏ ਸੀ ਤੇ ਇਹਨਾਂ ਨੇ ਆਰਡੀਨੈਂਸ ਪਾਸ ਕੀਤੇ। ਉਸ ਤੋਂ ਇਹ ਪਤਾ ਲੱਗਦਾ ਸੀ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਕਿ ਅੱਜ ਉਸ ਟਾਈਮ ਉਸ ਘੜੀ ਕੀ ਲੋੜ ਪਈ ਸੀ ਆਰਡੀਨੈਂਸਸ ਲਿਆਉਣ ਦੀ, ਕਿਹੜਾ ਕੰਮ ਖੜਾ ਸੀਗਾ। ਰਾਜ ਸਭਾ ਵਿੱਚ ਇਹਨਾਂ ਕੋਲ ਮੈਜੋਰਿਟੀ ਨਹੀਂ ਸੀ। ਰਾਜ ਸਭਾ ਜਦੋਂ ਇਹ ਬਿੱਲਾਂ ਨੂੰ ਅਪੋਜ਼ ਕੀਤਾ, ਕਾਂਗਰਸ ਪਾਰਟੀ ਨੇ ਕੀਤਾ ਔਰ ਹੋਰ ਪਾਰਟੀਆਂ ਨੇ ਵੀ ਅਪੋਜ਼ ਕੀਤਾ, ਇਹਨਾਂ ਨੇ 12-13 MP ਸਸਪੈਂਡ ਕੀਤੇ ਜਿਨ੍ਹਾਂ ਨੇ ਪਾਰਲੀਮੈਂਟ ਦੇ ਧਰਨਾ ਦਿੱਤਾ। ਬੀਜੇਪੀ ਬੜੀ ਐਡਮੈਂਟ ਸੀ। ਬੀਜੇਪੀ ਨੇ ਸਾਰੀਆਂ ਦੀਆਂ ਦਲੀਲਾਂ ਨੂੰ ਓਵਰਰੂਲ ਕੀਤਾ ਔਰ ਰਾਜ ਸਭਾ 'ਚ ਜਿੱਥੇ ਉਹਨਾਂ ਕੋਲ ਮੈਜੋਰਿਟੀ ਵੀ ਨਹੀਂ ਸੀ ਉੱਥੇ ਬਾਈ ਵੌਇਸ ਵੋਟ, ਉੱਥੇ ਉਹਨਾਂ ਨੇ ਡਿਵੀਜ਼ਨ ਨਹੀਂ ਕਰਾਈ, ਬਾਈ ਵੌਇਸ ਵੋਟ ਉਹਨਾਂ ਨੇ ਬਿੱਲ ਪਾਸ ਕੀਤਾ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਤਾਨਾਸ਼ਾਹ ਰਵੱਈਆ ਆਪਣਾ ਕੇ ਸਿਰਫ 14-15 ਘਰਾਣੇ ਨੇ ਹਿੰਦੁਸਤਾਨ ਦੇ, ਤੁਸੀਂ ਉਹਨਾਂ ਦਾ ਪੱਖ ਪੂਰੋ ਆਮ ਜਨਤਾ ਨੂੰ ਤੁਸੀਂ ਮਾਰਨ ਲਈ ਛੱਡ ਦਿਓ। ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਤੇ ਤੁਸੀਂ ਡਾਕਾ ਮਾਰ ਰਹੇ ਹੋ। ਫੈਡਰਲ ਸਿਸਟਮ ਨੂੰ ਤੁਸੀਂ ਥ੍ਰੈਟ ਹੋ, ਕਨਸਟੀਟਿਊਸ਼ਨ ਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ। ਇਹਦੇ ਨਾਲ ਮੇਰਾ ਖਿਆਲ ਹੈ ਤੇ 300 ਜਿਹੜਾ MP ਹੈ ਉਹ ਵੀ ਰਾਜੀ ਨਹੀਂ ਹੈ ਜੋ ਕੁਛ ਇਹ ਹੋ ਰਿਹਾ। ਫੌਜੀ ਜਿਹੜੇ ਦੇਸ਼ ਲਈ ਜਿਨ੍ਹਾਂ ਨੇ 71 ਦੀਆਂ ਲੜਾਈਆਂ ਲੜੀਆਂ, 65 ਦੀਆਂ ਲੜਾਈਆਂ ਲੜੀਆਂ, ਜਿਨ੍ਹਾਂ ਦੇ ਮੁੰਡੇ ਅੱਜ ਚਾਈਨਾ ਦੇ ਤੇ ਲਦਾਖ ਦੇ ਤੇ ਆਪਣੇ ਪਾਕਿਸਤਾਨ ਦੇ ਬਾਰਡਰਾਂ ਤੇ ਬੈਠੇ ਨੇ, -10 ਉੱਤੇ ਅੱਜ ਟੈਂਪਰੇਚਰ। ਪਿਓ ਤੇ ਦਾਦੇ ਬੈਠੇ ਨੇ ਦਿੱਲੀ ਦੇ ਬਾਰਡਰਾਂ ਤੇ। ਕੈਪਟਨ ਅਮਰਿੰਦਰ ਨੂੰ ਪਹਿਲਾਂ ਪਤਾ ਸੀ ਇਹਨਾਂ ਕਾਨੂੰਨਾਂ ਦਾ। 5 ਮੁੱਖ ਮੰਤਰੀਆਂ ਦੀ ਕਮੇਟੀ ਵੀ ਬਣਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੀ। ਉਹ ਚੁੱਪ ਰਹੇ। ਉਸ ਤੋਂ ਬਾਅਦ ਕਾਹਨ ਸਿੰਘ ਪੰਨੂ ਨੇ ਵੀ ਆ ਕੇ ਰਿਪੋਰਟ ਕੀਤੀ ਸੀ ਕਿ ਵੀ ਇੱਦਾਂ ਦੇ ਕੋਈ BJP ਬਿੱਲ ਲੈ ਕੇ ਆ ਰਹੀ ਜੋ ਘਾਤਕ ਸਾਬਤ ਹੋਣਾ। ਹਾਂ, ਬੰਬੇ ਹੋਈ ਸੀ ਉਹ ਮੀਟਿੰਗ, ਉਹਦੇ ਵਿੱਚ ਇਹਨਾਂ ਨੇ ਆਲਰੇਡੀ ਕਲੀਅਰ ਕਰ ਲਿਆ ਸੀ। ਇਹ ਤਾਂ ਇਹਨਾਂ ਦੀ ਇੰਪਲੀਮੈਂਟੇਸ਼ਨ ਦੀਆਂ ਡਿਟੇਲਸ ਵਗੈਰਾ ਇਹਨਾਂ ਨਾਲ ਡਿਸਕਸ ਕਰ ਲਈਆਂ। ਇਹ ਬਿੱਲਾਂ ਬਾਰੇ ਪਤਾ ਸੀਗਾ। ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ, ਇਹ ਇਹਨਾਂ ਦੇ ਭਾਈਵਾਲ ਸੀਗੇ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਾਣੀਆਂ ਪਿੱਛੇ ਵੀ ਸਟੈਂਡ ਲਿਆ, ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬਿੱਲਾਂ ਪਿੱਛੇ ਵੀ ਸਟੈਂਡ ਲਿਆ। ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਆਪਣਾ ਅਸਤੀਫਾ ਨਾਲ ਲੈ ਕੇ ਗਏ ਕਿ ਮੈਨੂੰ ਦੇਣਾ ਪਰ ਮੈਂ ਦੇਵਾਂਗਾ। ਪੰਜਾਬੀ ਡਾਕ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦੋਸਤੋ, ਤਕਰੀਬਨ 5 ਮਹੀਨੇ ਹੋ ਚੱਲੇ ਨੇ ਪੰਜਾਬ ਨੂੰ ਖੇਤੀ ਕਾਨੂੰਨਾਂ ਦੀ ਲੜਾਈ ਲੜਦਿਆਂ। ਪੰਜਾਬ ਦੇ ਜੋ ਉਹ ਆਗੂ, ਕਿਸਾਨ ਆਗੂ, ਵੱਖ-ਵੱਖ ਸੰਸਥਾਵਾਂ ਦੇ ਆਗੂ, ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਲੜਾਈ ਪੰਜਾਬ ਦੀ ਖੇਤੀ ਦੀ ਲੜਾਈ ਨਹੀਂ, ਪੰਜਾਬ ਦੀ ਹੋਂਦ ਦੀ ਲੜਾਈ ਹੈ। ਖੇਤੀ ਦੀ ਲੜਾਈ ਤਾਂ ਬਰਕਰਾਰ ਹੈ, ਜੇਕਰ ਪੰਜਾਬ ਦੀ ਖੇਤੀ ਨੂੰ ਖਤਰਾ ਤਾਂ ਪੰਜਾਬ ਦੀ ਹੋਂਦ ਨੂੰ ਖਤਰਾ। ਲਗਾਤਾਰ 1.5 ਮਹੀਨੇ ਦਾ ਸਮਾਂ ਹੋ ਗਿਆ ਦਿੱਲੀ ਦੇ ਵਿੱਚ ਬੈਠਿਆਂ ਨੂੰ, ਪਰ ਉਹ BJP ਸਰਕਾਰ, BJP ਦੀ ਉਹ ਹਕੂਮਤ ਕਾਨੂੰਨ ਜੋ ਖੇਤੀ ਕਾਨੂੰਨ ਬਣਾਏ ਨੇ ਇਹਨਾਂ ਨੂੰ ਰੱਦ ਕਰਨ ਦੇ ਮੂਡ 'ਚ ਨਹੀਂ ਹੈ। ਬੀਤੇ ਕੱਲ੍ਹ ਇਹ ਮਸਲਾ ਸੁਪਰੀਮ ਕੋਰਟ ਹੀ ਪਹੁੰਚਿਆ ਸੀ, ਉੱਥੇ ਸੁਣਵਾਈ ਹੋਈ। ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਤੁਸੀਂ ਹੋਲਡ ਕਰ ਦਿਓ ਕਾਨੂੰਨਾਂ ਨੂੰ, ਅਤੇ ਬੀਤੇ ਕੱਲ੍ਹ ਵੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਕਾਨੂੰਨ ਤੁਸੀਂ ਹੋਲਡ ਕਰ ਦਿਓ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ, ਜੋ ਦਿੱਲੀ ਦੇ ਵਿੱਚ ਤਰਜਮਾਨੀ ਕਰ ਰਹੇ ਨੇ ਕਿਸਾਨਾਂ ਦੀ ਪੰਜਾਬ ਦੀ, ਉਹਨਾਂ ਦਾ ਕਹਿਣਾ ਕਿ ਅਸੀਂ ਹੋਲਡ ਨੂੰ ਨਹੀਂ, ਅਸੀਂ ਰੱਦ ਕਰਵਾਵਾਂਗੇ। ਸਾਨੂੰ ਹੋਲਡ 'ਤੇ ਵੀ ਸਾਡਾ ਕੋਈ ਬਹੁਤਾ ਭਰੋਸਾ ਨਹੀਂ ਹੈਗਾ। ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਕਿਸਾਨ ਆਗੂਆਂ ਦੀਆਂ ਅਤੇ BJP ਸਰਕਾਰ ਦੀਆਂ, ਉਹ ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਬੀਤੇ ਜੋ ਮੀਟਿੰਗ ਹੋਈ ਸੀ ਉਹਦੇ 'ਚ ਤਾਂ ਕਿਸਾਨ ਆਗੂ ਰਾਜੇਵਾਲ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਆਪਸ ਦੇ ਵਿੱਚ ਬਹਿਸ ਵੀ ਦੇਖਣ ਨੂੰ ਮਿਲੀ ਸੀ, ਜਿਹਦੀ ਵੀਡੀਓ ਤੁਸੀਂ ਦੇਖ ਚੁੱਕੇ ਹੋ। ਪਰ ਗੱਲ ਕਿਤੇ ਨਾ ਕਿਤੇ ਪੇਚ ਫਸਿਆ ਹੋਇਆ, ਪੇਚ ਅੜਿਆ ਹੋਇਆ ਕਿ BJP ਸਰਕਾਰ ਆਖਰ ਮੰਨਦੀ ਕਿਉਂ ਨਹੀਂ। ਕਈ ਬੁੱਧੀਜੀਵੀਆਂ ਦਾ, ਲੀਡਰਾਂ ਦਾ ਇਹ ਵੀ ਸਵਾਲ ਹੈ ਕਿ ਜੇਕਰ BJP ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਹੈ ਤਾਂ BJP ਸਰਕਾਰ ਨੂੰ ਆਖਰ ਨੁਕਸਾਨ ਕੀ ਨੇ, ਜਾਂ ਫਿਰ ਉਹਨਾਂ ਕਾਰਪੋਰੇਟ ਹਾਊਸਿਸ ਦੇ ਨੁਕਸਾਨ ਨੇ ਜਿਹੜੇ BJP ਸਰਕਾਰ ਨੂੰ ਪਿੱਛੋਂ ਚਲਾ ਰਹੇ ਨੇ। ਇਹ ਉਹਨਾਂ ਆਗੂਆਂ ਦਾ ਕਹਿਣਾ। ਤੇ ਲਗਾਤਾਰ ਅਸੀਂ ਆਪਣੇ ਚੈਨਲ ਜ਼ਰੀਏ ਤੁਹਾਡੇ ਨਾਲ ਕਿਸਾਨ ਆਗੂਆਂ ਦੀ ਮੁਲਾਕਾਤ ਕਰਵਾ ਰਹੇ ਹਾਂ, ਕਿਸਾਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਅਤੇ ਹੋਰ ਪੰਜਾਬ ਦੇ ਸਿਆਸੀ ਆਗੂਆਂ ਦੀ ਗੱਲਬਾਤ ਕਰਵਾ ਰਹੇ ਹਾਂ ਜੋ ਇੱਕ ਵਿਚਾਰ ਰੱਖਦੇ ਨੇ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ। ਕਿਉਂਕਿ ਲਗਾਤਾਰ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਅਸੀਂ ਤੁਹਾਡੇ 'ਚ ਹਾਜ਼ਰ ਹਾਂ, ਤੁਹਾਡੇ ਰੂਬਰੂ ਹਾਂ ਇਹਨਾਂ ਮਸਲਿਆਂ ਲੈ ਕੇ ਕਿ ਆਖਰ ਇਹ ਮਸਲਾ ਕਿੱਥੇ ਤੱਕ ਪਹੁੰਚਿਆ, ਕਿੱਥੋਂ ਵਿੱਚੋਂ ਨਿਕਲ ਕੇ ਕੀ ਆਊਗਾ। ਕਿਉਂਕਿ ਲਗਾਤਾਰ ਸਰਕਾਰ ਤਾਂ ਅੜੀ ਹੋਈ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਇਹ ਮਸਲਾ ਹੱਲ ਅਸੀਂ ਰੱਦ ਕਰਵਾ ਕੇ ਹੀ ਕਰਨਾ। ਅਤੇ ਅੱਜ ਵੀ ਸਾਡੇ ਨਾਲ ਕਾਂਗਰਸ ਦੇ ਉੱਘੇ ਨੇਤਾ ਨੇ, ਸਨੌਰ ਤੋਂ ਜਿਹਨੇ ਇਲੈਕਸ਼ਨ ਲੜੀ ਸੀ, ਹਰਿੰਦਰਪਾਲ ਸਿੰਘ ਹੈਰੀਮਾਨ। ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਵੀ ਜਾਣਾਂਗੇ। ਪੰਜਾਬ ਕਾਂਗਰਸ ਦੀ ਕਾਰਜਕਾਰੀ 'ਤੇ ਵੀ ਗੱਲ ਹੋਊਗੀ, ਖੇਤੀ ਕਾਨੂੰਨਾਂ 'ਤੇ ਵੀ ਗੱਲ ਹੋਊਗੀ, ਹੋਰ ਵੀ ਤਮਾਮ ਮਸਲਿਆਂ 'ਤੇ ਗੱਲ ਹੋਊਗੀ। ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਸਵਾਗਤ ਕਰਦੇ ਹਾਂ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ।
ਮਾਨ ਸਾਹਿਬ, ਜਿਵੇਂ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼, ਇਹ ਅੱਜ ਦਿੱਲੀ ਦੀਆਂ ਬਰੂਹਾਂ ਤੇ ਪੁੱਜ ਚੁੱਕਿਆ ਤੇ ਸੰਘਰਸ਼ ਆਪਣੇ ਪੀਕ ਦੇ ਉੱਤੇ ਹੈ, ਸੰਘਰਸ਼ ਆਪਣੇ ਜੋਬਨ ਦੇ ਉੱਤੇ ਹੈ। ਇਸ ਤੇ ਤੁਸੀਂ ਕੀ ਵਿਚਾਰ ਰੱਖਦੇ ਹੋ? ਇਹ ਜਦੋਂ ਬਿੱਲ ਲਿਆਂਦੇ ਗਏ ਨੇ ਆਰਡੀਨੈਂਸ ਦੇ ਰੂਪ ਵਿੱਚ ਪਾਰਲੀਮੈਂਟ ਤੋਂ ਪਹਿਲਾਂ, ਜਦੋਂ ਕੋਵਿਡ ਜਿਹੜਾ ਸਿਰੇ ਤੇ ਸੀ, ਲੋਕਡਾਊਨ ਕੰਟਰੀ 'ਚ ਲੱਗੇ ਹੋਏ ਸੀ ਤੇ ਇਹਨਾਂ ਨੇ ਆਰਡੀਨੈਂਸ ਪਾਸ ਕੀਤੇ, ਉਸ ਤੋਂ ਹੀ ਇਹ ਪਤਾ ਲੱਗਦਾ ਸੀ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਕਿ ਅੱਜ ਉਸ ਟਾਈਮ ਉਸ ਘੜੀ ਕੀ ਲੋੜ ਪਈ ਸੀ ਆਰਡੀਨੈਂਸਸ ਲਿਆਉਣ ਦੀ, ਕਿਹੜਾ ਕੰਮ ਖੜਾ ਸੀਗਾ। ਔਰ ਇਹ ਜਦੋਂ ਲਿਆਂਦੇ ਗਏ ਉਦੋਂ ਸ਼ੰਕਾ ਪੈਦਾ ਕੀਤੀ ਗਈ, ਕਿਸਾਨ ਜਥੇਬੰਦੀਆਂ ਨੇ ਵੀ ਇਹਨਾਂ ਤੇ ਸ਼ੰਕਾ ਪੈਦਾ ਕੀਤੀ, ਉਂਗਲ ਉਠਾਈ। ਉਸ ਤੋਂ ਬਾਅਦ ਇਹ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤੇ। ਪਾਰਲੀਮੈਂਟ ਵਿੱਚ ਜਦੋਂ ਬਿੱਲ ਲਿਆਂਦੇ, ਇਹਨਾਂ ਨੇ ਲੋਕ ਸਭਾ ਦੇ ਵਿੱਚ ਇਹਨਾਂ ਦੇ 303 ਮੈਂਬਰ ਹੋਣ ਦੇ ਕਾਰਨ ਇਹਨਾਂ ਨੇ ਬੁਲਡੋਜ਼ ਕੀਤਾ। ਰਾਜ ਸਭਾ ਵਿੱਚ ਇਹਨਾਂ ਕੋਲ ਮੈਜੋਰਿਟੀ ਨਹੀਂ ਸੀ। ਰਾਜ ਸਭਾ ਜਦੋਂ ਇਹ ਬਿੱਲਾਂ ਨੂੰ ਅਪੋਜ਼ ਕੀਤਾ, ਕਾਂਗਰਸ ਪਾਰਟੀ ਨੇ ਕੀਤਾ ਔਰ ਹੋਰ ਪਾਰਟੀਆਂ ਨੇ ਵੀ ਅਪੋਜ਼ ਕੀਤਾ, ਇਹਨਾਂ ਨੇ 12-13 MP ਸਸਪੈਂਡ ਕੀਤੇ, ਜਿਨ੍ਹਾਂ ਨੇ ਬਾਹਰ ਪਾਰਲੀਮੈਂਟ ਦੇ ਧਰਨਾ ਦਿੱਤਾ। ਔਰ ਪ੍ਰਤਾਪ ਸਿੰਘ ਬਾਜਵਾ, ਬਿੱਟੂ ਹੋਰਾਂ ਨੇ ਆਪਣਾ ਲੋਕ ਸਭਾ 'ਚ, ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ 'ਚ ਕਾਂਗਰਸ ਵੱਲੋਂ ਬਹੁਤ ਤਕੜਾ ਹੋ ਕੇ ਸਟੈਂਡ ਲਿਆ ਸੀ ਕਿ ਇਹਦੇ ਨਾਲ ਕਿਸਾਨ ਦੇ ਡੈਥ ਵਾਰੰਟ ਨੇ, ਇਹ ਤੁਸੀਂ ਲਾਗੂ ਨਾ ਕਰੋ, ਇਹ ਤੁਸੀਂ ਪਾਰਲੀਮੈਂਟ ਦੀ ਕਿਸੇ ਕਮੇਟੀ ਨੂੰ ਦੇ ਦਿਓ, ਉੱਥੇ ਇਹਨਾਂ ਨੂੰ ਸਟੱਡੀ ਕਰਾ ਲਓ, ਇਹਦੇ ਤੇ ਬਹਿਸ ਕਰਾ ਲਓ ਔਰ ਇਹਦੇ ਤੇ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਜਿਹੜੀਆਂ ਚੀਜ਼ਾਂ ਕੋਈ ਨਹੀਂ ਠੀਕ ਹੋਣਗੀਆਂ ਉਹ ਚੇਂਜ ਕਰ ਦਿਓ ਔਰ ਐਕਸਪਰਟਸ ਦੇ ਵਿਊ ਵੀ ਲੈ ਲੈਣੇ ਚਾਹੀਦੇ ਨੇ। ਲੇਕਿਨ ਬੀਜੇਪੀ ਬੜੀ ਐਡਮੈਂਟ ਸੀ। ਬੀਜੇਪੀ ਨੇ ਸਾਰੀਆਂ ਦੀਆਂ ਦਲੀਲਾਂ ਨੂੰ ਓਵਰ ਰੂਲ ਕੀਤਾ ਔਰ ਰਾਜ ਸਭਾ 'ਚ ਜਿੱਥੇ ਉਹਨਾਂ ਕੋਲ ਮੈਜੋਰਿਟੀ ਵੀ ਨਹੀਂ ਸੀ, ਉੱਥੇ ਬਾਈ ਵੌਇਸ ਵੋਟ, ਉੱਥੇ ਉਹਨਾਂ ਨੇ ਡਿਵੀਜ਼ਨ ਨਹੀਂ ਕਰਾਈ, ਬਾਈ ਵੌਇਸ ਵੋਟ ਉਹਨਾਂ ਨੇ ਬਿੱਲ ਪਾਸ ਕਰ ਦਿੱਤੇ। ਉੱਥੋਂ ਹੀ ਉਹਨਾਂ ਦੀ ਨੀਅਤ ਦੇ ਵਿੱਚ ਪਤਾ ਲੱਗਦਾ ਸੀ ਕਿ ਉਹ ਵੱਡੀਆਂ ਸ਼ਕਤੀਆਂ ਪਿੱਛੇ ਨੇ ਜਿਹੜੀਆਂ ਇਹਨਾਂ ਤੋਂ ਇਹ ਬਿੱਲ ਲਿਆਏ ਜਾ ਰਹੇ ਨੇ ਔਰ ਉਹਨਾਂ ਦੀ ਇੰਟੈਂਸ਼ਨ ਜਿਹੜੀ ਸੀ, ਅੱਜ ਉਹਨੂੰ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਇਹ ਬਿੱਲਾਂ ਦਾ ਫਾਇਦਾ ਕੀ ਹੈ ਤੇ ਕਿਹਨਾਂ ਨੂੰ ਫਾਇਦਾ ਹੈ। ਜੀ, ਤੇ ਮਾਨ ਸਾਹਿਬ, ਜੇਕਰ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਜੇਕਰ ਬੀਜੇਪੀ ਸਰਕਾਰ ਇਹਨਾਂ ਕਾਨੂੰਨ ਨੂੰ ਰੱਦ ਕਰ ਦਿੰਦੀ ਹੈ, ਮੁੱਢੋਂ ਖਾਰਜ ਕਰ ਦਿੰਦੀ ਹੈ, ਜਿਸ ਗੱਲ ਨੂੰ ਲੈ ਕੇ ਬੀਜੇਪੀ ਅੜੀ ਹੋਈ ਹੈ, ਤਾਂ ਬੀਜੇਪੀ ਨੂੰ ਨੁਕਸਾਨ ਕੀ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ? ਇਹਦੇ ਵਿੱਚ ਇਹ ਜਿਹੜੇ ਬਿੱਲ ਨੇ ਤਿੰਨੋਂ ਹੀ, ਚਾਹੇ ਐਸੈਂਸ਼ੀਅਲ ਕਮੋਡਿਟੀ ਸੈਕਟਰ, ਇਹਦੇ ਵਿੱਚ ਸਿੱਧਾ ਫਾਇਦਾ ਜਿਹੜਾ ਇਹ ਵੱਡੇ ਕਾਰਪੋਰੇਟ ਹਾਊਸਿਸ ਨੂੰ ਜਾਂਦਾ ਹੈ। ਇਹ ਬਿੱਲ ਡਰਾਫਟਿੰਗ ਵੀ ਜਿਹੜੀ ਹੈ, ਬੜੇ ਮਾਹਰਾਂ ਨੇ ਦੇਖਿਆ ਕਿ ਇਹ ਕਿਸੇ ਕਾਰਪੋਰੇਟ ਹਾਊਸ ਦੇ ਚੰਗੇ ਐਡਵੋਕੇਟਸ ਨੇ, ਉਹਨਾਂ ਦੇ ਜਿਹੜੇ ਐਡਵੋਕੇਟਸ ਹੁੰਦੇ ਨੇ, ਉਹਨਾਂ ਦੇ ਡਰਾਫਟ ਕੀਤੇ ਹੋਏ ਨੇ। ਔਰ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਰਿਲਾਇੰਸ ਦਾ ਲਾ ਲਓ, ਰਿਲਾਇੰਸ ਦਾ ਮੈਕਸਿਮਮ ਜਿਹੜਾ ਕੰਮ ਹੈਗਾ ਉਹ ਹੈਗਾ ਇਹਨਾਂ ਦਾ ਅੱਜ ਆਇਲ ਦੇ ਵਿੱਚ, ਪੈਟਰੋਕੈਮੀਕਲਸ ਦੇ ਵਿੱਚ। ਔਰ ਦੁਨੀਆ ਦੇ ਵਿੱਚ ਇੱਕ ਨਵੀਂ ਚੀਜ਼ ਆ ਰਹੀ ਹੈ ਕਿ 5-6 ਸਾਲਾਂ 'ਚ ਜਿਹੜੀਆਂ ਗੱਡੀਆਂ ਡੀਜ਼ਲ ਤੇ ਪੈਟਰੋਲ ਦੀਆਂ ਨੇ ਬੰਦ ਹੋ ਜਾਣੀਆਂ ਨੇ, ਇਲੈਕਟ੍ਰਿਕ ਕਾਰਸ ਚੱਲਣੀਆਂ ਨੇ। ਉਹਦੇ ਨਾਲ ਰਿਲਾਇੰਸ ਦਾ ਜਿਹੜਾ ਵੱਡਾ ਇਨਕਮ ਜਿੱਥੋਂ ਆਉਂਦੀ ਹੈ, ਇਹ ਸੈਕਟਰ ਦੇ ਵਿੱਚ ਉਹਨਾਂ ਦਾ ਕੰਮ ਡਾਊਨ ਜਾਏਗਾ। ਉਹਨਾਂ ਦੇ ਮਨ ਤੇ ਇਹ ਸੀ ਕਿ ਅਸੀਂ ਇਹਨੂੰ ਡਾਇਵਰਸੀਫਾਈ ਕਰੀਏ, ਅਸੀਂ ਆਇਲ ਵਾਲੇ ਤੋਂ ਦੂਜੇ ਪਾਸੇ ਜਾਈਏ। ਇਹਦੇ ਵਿੱਚ ਜਿਹੜੇ ਬਿੱਲਾਂ ਦੇ ਵਿੱਚ ਉਹਨਾਂ ਨੇ ਕਾਰਪੋਰੇਟ ਫਾਰਮਿੰਗ, ਜਿਹੜੀ ਕੰਟਰੈਕਟ ਫਾਰਮਿੰਗ ਰੱਖੀ ਹੈ, ਉਹਦੇ ਨਾਲ 3-4 ਹਜ਼ਾਰ 30,000 ਤੋਂ ਲੈ ਕੇ 40,000 ਏਕੜ ਦੀ ਫਾਰਮਰਸ ਨਾਲ ਕੰਟਰੈਕਟ ਕਰਕੇ ਜ਼ਮੀਨਾਂ ਤੇ ਕੰਟਰੈਕਟ ਫਾਰਮਿੰਗ ਕਰਨਾ ਚਾਹੁੰਦੇ ਨੇ। ਤੁਹਾਨੂੰ ਪਤਾ ਹੈ ਕਿ ਜਿਹੜੀ ਖੇਤੀ ਦੀ ਆਮਦਨ ਹੈ ਉਹ ਟੈਕਸ ਫਰੀ ਹੈ, ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ। ਇਹ ਡਾਇਵਰਸੀਫਾਈ ਵੀ ਕਰਨਾ ਚਾਹੁੰਦੇ ਕਿ ਕੋਵਿਡ ਵਿੱਚ ਵੀ ਸਿਰਫ ਇੱਕ ਐਗਰੀਕਲਚਰ ਸੀਗਾ ਜਿਹੜਾ 14% ਤੇ ਸਟੈਂਡ ਕੀਤਾ GDP। ਇਹਨਾਂ ਨੇ ਦੇਖਿਆ ਕਿ ਬਾਕੀ ਸਾਰੀਆਂ ਚੀਜ਼ਾਂ ਡਾਊਨ ਜਾ ਸਕਦੀਆਂ ਨੇ ਔਰ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਡਿਫਰੈਂਟ ਸ਼ੇਪਸ ਦੇ ਵਿੱਚ, ਕਿ ਅੱਜ ਇੱਕ ਚੀਜ਼ ਪੈਦਾ ਕਰ ਲਓ, ਦੂਜੀ ਕਰ ਲਓ, ਡਿਮਾਂਡ ਦੇ ਹਿਸਾਬ ਨਾਲ, ਇਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਚੱਲਣਾ। ਸੋ ਇਹ ਵੱਡੇ ਹਾਊਸਸ ਇਸ ਕੰਮ ਦੇ ਵਿੱਚ ਆਉਣਾ ਚਾਹੁੰਦੇ ਸੀ।
ਇੱਕ ਆਪਣੀ ਬਲੈਕ ਮਨੀ ਨੂੰ ਲੁਕਾਉਣਾ ਚਾਹੁੰਦੇ ਨੇ। ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜੀ ਟੈਕਸ ਫ੍ਰੀ ਇਨਕਮ ਹੈ ਐਗਰੀਕਲਚਰ ਦੀ, ਉਹਨੂੰ ਆਪਣੀ ਇਨਕਮ 'ਚ ਇਨਕਲੂਡ ਕਰਨ ਵਾਸਤੇ। ਉਧਰੋਂ ਵੀ ਬਚਾਉਣਾ ਚਾਹੁੰਦੇ ਨੇ ਕਿ ਜਿਹੜਾ ਅਸੀਂ ਥੋੜ੍ਹਾ ਮੋਟਾ ਟੈਕਸ ਦਿੰਦੇ ਉਹ ਵੀ ਸਾਡਾ ਬਚ ਜੇ। ਔਰ ਇੱਕ ਇਹਨਾਂ ਨੇ ਫਾਰਮਰਸ ਦੇ ਆਪਣੇ ਆ ਕੇ ਜਿਹੜੇ ਐਗਰੀਮੈਂਟਸ ਕਰਨੇ ਨੇ, ਔਰ ਉਹਦੇ 'ਚ ਇਹਨਾਂ ਨੇ ਰੱਖਿਆ ਕਿ ਉਹ ਜਿਹੜੀ ਹੋਲਡਿੰਗ ਪਾਵਰ ਹੈ, ਜਮਾਖੋਰੀ ਲਾ ਲਓ ਤੁਸੀਂ, ਇਹਨਾਂ ਨੇ ਗਡਾਊਨਸ ਬਣਾ ਗਏ, ਸੀਲੋਸ ਬਣਾ ਲਏ ਨੇ। ਆਲਰੇਡੀ ਇਹ ਕਾਫੀ ਦੇਰ ਦਾ 6 ਸਾਲ ਦਾ ਕੰਮ ਚੱਲ ਰਿਹਾ ਸੀ ਜਦੋਂ ਦੀ ਮੋਦੀ ਸਰਕਾਰ 2014 'ਚ ਆਈ ਹੈ। ਔਰ ਇਹਨਾਂ ਨੇ ਉਹਦੇ ਵਿੱਚ ਹੋਲਡ ਕਰਨੀ ਹੈ। ਉਹ ਕਹਿੰਦੇ ਉਦੋਂ ਤੱਕ ਹੋਲਡ ਕਰ ਸਕਦੇ ਹੋ ਜਦੋਂ ਤੱਕ ਪ੍ਰੋਡਕਟ ਦੀ ਕੀਮਤ ਡਬਲ ਨਹੀਂ ਹੋ ਜਾਂਦੀ। ਇਹ ਤਾਂ ਸਿੱਧੀ ਮਾਰ ਹੈ ਜੀ। ਇਹ ਆਮ ਕੰਜ਼ਿਊਮਰ ਨੂੰ ਮਾਰੂ, ਫਾਰਮਰ ਤਾਂ ਮਰਦਾ ਹੀ ਮਰਦਾ। ਜਿਹੜਾ ਕੰਜ਼ਿਊਮਰ ਹੈ ਉਹਦੇ ਤੇ ਬੜਾ ਵੱਡਾ ਅਸਰ ਪੈਣਾ ਹੈ ਅਗਰ ਇਹ ਚੀਜ਼ ਕਾਮਯਾਬ ਹੋ ਜਾਂਦੀ ਹੈ ਜੀ। ਮਾਨ ਸਾਹਿਬ, ਫਿਰ ਇਹ ਕਿਹੋ ਜਿਹੀ ਸਿਆਸਤ ਹੋਈ ਕਿ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਤਾਨਾਸ਼ਾਹ ਰਵੱਈਆ ਆਪਣਾ ਕੇ ਸਿਰਫ 14-15 ਘਰਾਣੇ ਨੇ ਹਿੰਦੁਸਤਾਨ ਦੇ, ਤੁਸੀਂ ਉਹਨਾਂ ਦਾ ਪੱਖ ਪੂਰੋ, ਆਮ ਜਨਤਾ ਨੂੰ ਤੁਸੀਂ ਮਾਰਨ ਲਈ ਛੱਡ ਦਿਓ? ਇਹਦੇ ਵਿੱਚ ਜਦੋਂ ਵੀ ਕੋਈ ਹੁਕਮਰਾਨ ਤਾਨਾਸ਼ਾਹ ਹੋ ਜਾਂਦਾ ਹੈ, ਹੰਕਾਰ ਹੋ ਜਾਂਦਾ ਹੈ, ਉਹਦਾ ਡਾਊਨਫਾਲ ਆਉਂਦਾ ਹੈ। ਇਹ ਪ੍ਰਮਾਤਮਾ ਦੇ ਅਸੂਲ ਨੇ। ਕਾਂਗਰਸ ਪਾਰਟੀ ਵੀ ਅੱਜ ਜੇ ਡਾਊਨਫਾਲ 'ਚ ਗਈ ਹੈ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਸੀ। ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ 'ਚ ਉਹਨਾਂ ਨੇ ਡਿਵੀਜ਼ਨਾਂ ਕੀਤੀਆਂ। ਬਾਕੀ ਜਿੱਥੇ ਸਾਊਥ 'ਚ ਕਾਂਗਰਸ ਹੀ ਸੀਗੀ, ਪਾਰਟੀ ਹਾਈ ਕਮਾਂਡ ਤੋਂ ਡਿਸੀਜਨਸ ਹੋਈਆਂ ਗਲਤ। ਐਮਰਜੈਂਸੀ ਵੀ ਲੱਗੀ, ਜਿਹੜੀ ਅਸੀਂ ਸਮਝਦੇ ਹਾਂ ਕਿ ਨਹੀਂ ਅੱਛੀ ਗੱਲ ਸੀਗੀ। ਸੋ ਜਦੋਂ ਹੁਕਮਰਾਨ ਕੋਈ ਹੰਕਾਰ ਵਿੱਚ ਫੈਸਲੇ ਲੈ ਲੈਂਦਾ ਹੈ, ਇਹਨਾਂ ਨੇ ਚਾਹੇ ਨੋਟਬੰਦੀ ਦਾ ਫੈਸਲਾ ਸੀਗਾ, ਉਹਦੇ ਤੋਂ ਅਜੇ ਸੰਗਤ ਆਪਣੀ ਜਿਹੜੀ ਪਬਲਿਕ ਹੈ ਨਿਕਲੀ ਨਹੀਂ। ਔਰ ਇਹਨਾਂ ਨੇ GST ਲਾਗੂ ਕਰ ਦਿੱਤੀ। GST ਦੇ ਨਾਲ ਵੀ GST ਇੱਕ ਕਨਸਟੀਟਿਊਸ਼ਨਲ ਰਾਈਟ ਹੈ, ਕਨਸਟੀਟਿਊਸ਼ਨਲੀ ਉਹਨੂੰ ਪਾਸ ਕੀਤਾ ਗਿਆ, ਲੇਕਿਨ ਉਹ ਵੀ ਅੱਜ ਸਾਨੂੰ ਨਹੀਂ ਦਿੱਤੀ ਜਾ ਰਹੀ। ਇਹਨਾਂ ਦੇ ਜਿਹੜੇ ਵਾਅਦੇ ਨੇ, ਜਿਹੜੇ ਕਹਿੰਦੇ ਨੇ MSP ਅਸੀਂ ਨਹੀਂ ਹਟੇਗੀ, ਲਿਖ ਕੇ ਲੈ ਲਓ। ਤੁਸੀਂ ਕਨਸਟੀਟਿਊਸ਼ਨਲ ਬਿੱਲ ਬਣਿਆ GST ਦਾ, ਉਹ ਤਾਂ ਤੁਸੀਂ ਅੱਜ ਪੂਰਾ ਨਹੀਂ ਕਰ ਰਹੇ। ਉਹ ਤੁਸੀਂ ਸੂਬਿਆਂ ਨੂੰ ਰੋਲ ਰੱਖਿਆ ਉਸ ਗੱਲ ਦੇ ਵਿੱਚ। ਫੈਡਰਲ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹਨਾਂ ਤੇ ਤੁਸੀਂ ਡਾਕਾ ਮਾਰ ਰਹੇ ਹੋ। ਫੈਡਰਲ ਸਿਸਟਮ ਨੂੰ ਤੁਸੀਂ ਥ੍ਰੈਟ ਹੋ, ਕਨਸਟੀਟਿਊਸ਼ਨ ਨੂੰ ਤੁਸੀਂ ਮੰਨਣ ਨੂੰ ਤਿਆਰ ਨਹੀਂ। ਔਰ ਫਿਰ ਇਹਦੇ ਨਾਲ ਜਿਹੜਾ ਰੂਲਰ ਹੈ ਉਹਦਾ ਡਾਊਨਫਾਲ ਸ਼ੁਰੂ ਹੁੰਦਾ, ਉਹਨੂੰ ਆਪ ਨਹੀਂ ਮਹਿਸੂਸ ਹੁੰਦਾ। ਇਹਦੇ ਨਾਲ ਮੇਰਾ ਖਿਆਲ ਇਹਦੇ 300 ਜਿਹੜਾ MP ਹੈ ਉਹ ਵੀ ਰਾਜੀ ਨਹੀਂ ਹੈ ਜੋ ਕੁਛ ਇਹ ਹੋ ਰਿਹਾ। ਇਹਨਾਂ ਨੇ ਗੱਲ ਸ਼ੁਰੂ ਕੀਤੀ ਸੀ ਕਿ ਪੰਜਾਬ ਦੇ ਕੁਝ ਕਿਸਾਨ, ਪੰਜਾਬ ਦੇ ਵੀ ਕੁਝ ਕਿਸਾਨ, ਹਰਿਆਣੇ ਵਾਲੇ ਮੁੱਖ ਮੰਤਰੀ ਨੇ ਕਿਹਾ ਹਰਿਆਣੇ 'ਚ ਹੈ ਹੀ ਨਹੀਂ ਜੀ, ਐਜੀਟੇਸ਼ਨ ਹੀ ਕੋਈ ਨਹੀਂ। ਜਿਹੜਾ UP ਵਾਲਾ ਬੋਲਿਆ ਕਹਿੰਦਾ ਜੀ ਸਾਡੇ ਨਹੀਂ ਹੈ। ਅੱਜ ਉਹ ਸੂਬਿਆਂ ਦੇ ਹਾਲਤ ਦੇਖੋ। ਮਿਸਟਰ ਮੋਦੀ ਜਦੋਂ ਆਏ ਨੇ 2014 ਦੇ ਵਿੱਚ, 2013 'ਚ ਇੱਕ ਬਿੱਲ ਪਾਸ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ। UP ਦੇ ਵਿੱਚ ਸਾਡੇ ਕਿਸਾਨ ਮਾਰੇ ਗਏ ਸੀ। ਉੱਥੇ ਜ਼ਮੀਨ ਜਿਹੜਾ ਆਪਣਾ ਗ੍ਰੈਂਡ ਬਿੱਲ ਉਹਨੂੰ ਅਕਵਾਇਰ ਕਰਦੇ ਸੀ ਜਿਹੜੇ, ਉਹਦਾ ਬਿੱਲ ਮਨਮੋਹਨ ਸਿੰਘ ਨੇ 13 'ਚ ਪਾਸ ਕੀਤਾ। ਮੋਦੀ ਸਾਹਿਬ ਨੇ ਆਂਦੇ ਹੀ 14 'ਚ ਉਹਦੇ ਸੀ ਕਿ ਇੰਨੇ % ਬੰਦਿਆਂ ਦੀ ਰਾਏ ਲੈਣੀ ਪਊਗੀ ਤਾਂ ਤੁਸੀਂ ਇਹ ਆਪਣੀ ਕਰ ਸਕੋਗੇ, ਜ਼ਮੀਨ ਕਿਸਾਨਾਂ ਤੋਂ ਲੈ ਸਕੋਗੇ। ਉਹਦੇ ਅਕਵਾਇਰ ਤਾਂ ਕਰ ਸਕਦੇ ਸੀ। ਇਹਨਾਂ ਨੇ 14 'ਚ ਕੋਸ਼ਿਸ਼ ਕੀਤੀ, ਬਿੱਲ ਲਿਆਂਦਾ ਲੋਕ ਸਭਾ 'ਚ, ਬੜਾ ਰਾਹੁਲ ਗਾਂਧੀ ਜੀ ਨੇ ਉੱਥੇ ਇਹਨੂੰ ਰੋਕਿਆ। ਫਿਰ ਇਹਨਾਂ ਨੇ ਉਹਨੂੰ ਲੈਪਸ ਹੋਣ ਲਈ ਇੱਕ ਪੈਨਲ ਨੂੰ ਦੇਤਾ, ਔਰ ਜਦੋਂ ਉਹਨੇ ਮਹੀਨੇ ਬੀਤ ਜਾਂਦੇ ਉਦੋਂ ਬਾਅਦ ਉਹ ਲੈਪਸ ਹੋ ਜਾਂਦਾ। ਇਹਨਾਂ ਨੂੰ ਲੈਪਸ ਕਰਾਉਣਾ ਪਿਆ। ਇਹਨਾਂ ਦਾ ਪਹਿਲਾ ਅਟੈਂਪਟ ਕਿਸਾਨਾਂ ਨੂੰ ਔਰ ਵੱਡੇ ਕਾਰਪੋਰੇਟ ਹਾਊਸਿਸ ਨੂੰ ਫਾਇਦਾ ਦੇਣ ਦਾ ਕਿ ਜ਼ਿਮੀਂਦਾਰਾਂ ਦੀ ਜ਼ਮੀਨ ਅਕਵਾਇਰ ਕਰਨੀ ਸੌਖੀ ਹੋ ਜੇ, ਔਰ ਇੰਨੀ ਪਰਸੈਂਟੇਜ ਜਿਹੜੀ ਸੀ ਕਿ ਇੰਨੇ ਬੰਦਿਆਂ ਦੀ ਸਹਿਮਤੀ ਹੋਵੇ ਕਿ ਇਹ ਨਾ ਕਰਨੀ ਲੈਣੀ ਪਵੇ, ਉਹ ਇਹਨਾਂ ਦਾ ਫੇਲ ਹੋਇਆ। ਉਦੋਂ ਬਾਅਦ ਇਹਨਾਂ ਨੇ ਆਹ ਸਟੈਪ ਜਿਹੜਾ ਚੱਕਿਆ। ਸੋ ਇਹਦਾ ਹਰਜਾਨਾ ਮੋਦੀ ਨੂੰ ਭੁਗਤਣਾ ਪਏਗਾ। ਇਹ ਜਿਹੜੇ ਕਿਸਾਨ ਨੇ, ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ, ਇਹਦੇ ਤੇ ਬਲੈਸਿੰਗਸ ਹੈ ਗੁਰੂ ਨਾਨਕ ਦੇਵ ਜੀ ਦੀ। ਜਦੋਂ ਮੋਦੀ ਸਾਹਿਬ ਪਾਰਲੀਮੈਂਟ 'ਚ ਤਾਂ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਦੀ ਸੁਣੋ ਵੀ ਤੇ ਸੁਣਾਓ ਵੀ, ਲੇਕਿਨ ਇਹ ਕਿਸੇ ਨੂੰ ਸੁਣਨ ਨੂੰ ਤਿਆਰ ਨਹੀਂ। ਗੁਰੂ ਨਾਨਕ ਨੂੰ ਕਹਿੰਦੇ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਜਦੋਂ ਉਦਾਸੀਆਂ ਸਾਰੇ ਹਿੰਦੂ ਵਰਲਡ ਦਾ ਆਪਣਾ ਟੂਰ ਕੀਤਾ, ਉਹਨਾਂ ਨੇ ਟੂਰ ਕਰਕੇ ਜਦੋਂ ਉਦਾਸੀਆਂ ਦਾ ਉਹਨਾਂ ਦਾ ਪਹਿਰਾਵਾ ਉਹਨਾਂ ਨੇ ਬਦਲਿਆ ਤੇ ਜਾ ਕੇ ਕਰਤਾਰਪੁਰ ਵਿਖੇ ਉਹਨਾਂ ਨੇ ਖੇਤੀ ਸ਼ੁਰੂ ਕਰਤੀ। ਉਹਨਾਂ ਨੇ ਕਿਹਾ ਉੱਤਮ ਖੇਤੀ, ਮੱਧਮ ਵਪਾਰ, ਨੌਕਰੀ ਚਾਕਰੀ। ਇਹਦੇ ਵਿੱਚ ਵੀ ਮੋਦੀ ਜੇ ਉਹਨਾਂ ਨੂੰ ਮੰਨਦਾ ਹੈ ਤੇ ਇਹਦੇ 'ਚ ਵੀ ਉਹਨੂੰ ਸਮਝਣਾ ਚਾਹੀਦਾ ਕਿ ਉੱਤਮ ਖੇਤੀ ਨੂੰ ਕਹਿ ਕੇ ਗਏ ਨੇ। ਔਰ ਗੁਰੂ ਨਾਨਕ ਦਾ ਉੱਤਮ ਖੇਤੀ ਕਹੇ ਨੂੰ ਜੇ ਮੋਦੀ ਸੋਚੇ ਕਿ ਉਸ ਨੂੰ ਖਤਮ ਕਰ ਦੇਗਾ, ਉਹਦਾ ਭੁਲੇਖਾ ਹੈ।
ਉੱਤਮ ਖੇਤੀ ਕਦੀ ਵੀ ਖਤਮ ਨਹੀਂ ਹੋ ਸਕਦੀ। ਔਰ ਜੋ ਅੱਜ ਜੋ ਨਗਰੀ ਵਸੀ ਹੈ ਉੱਥੇ ਬਾਰਡਰਾਂ 'ਤੇ, ਦੇਖੋ ਉੱਥੇ ਇੱਕ ਸਰਵਿਸਮੈਨ ਬੈਠੇ ਨੇ, ਫੌਜੀ ਜਿਹੜੇ ਦੇਸ਼ ਲਈ, ਜਿਨ੍ਹਾਂ ਨੇ 71 ਦੀਆਂ ਲੜਾਈਆਂ ਲੜੀਆਂ, 65 ਦੀਆਂ ਲੜਾਈਆਂ ਲੜੀਆਂ, ਜਿਨ੍ਹਾਂ ਦੇ ਮੁੰਡੇ ਅੱਜ ਚਾਈਨਾ ਦੇ ਤੇ ਲਦਾਖ ਦੇ ਤੇ ਆਪਣੇ ਪਾਕਿਸਤਾਨ ਦੇ ਬਾਰਡਰਾਂ 'ਤੇ ਬੈਠੇ ਨੇ। -10 ਉੱਥੇ ਅੱਜ ਟੈਂਪਰੇਚਰ ਹੈ। ਪਿਓ ਤੇ ਦਾਦੇ ਬੈਠੇ ਨੇ ਦਿੱਲੀ ਦੇ ਬਾਰਡਰਾਂ 'ਤੇ। ਅੱਜ ਨੌਨ ਵਾਇਲੈਂਸ ਇੱਕ ਐਜੀਟੇਸ਼ਨ ਚੱਲੀ ਹੈ ਜਿਹੜੀ ਬਿਲਕੁਲ ਵਾਇਲੈਂਟ ਨਹੀਂ। ਕਿਸ ਤਰ੍ਹਾਂ ਪੰਜਾਬ 'ਚੋਂ ਇਹ ਤੁਰੇ, ਕਿਸ ਤਰ੍ਹਾਂ ਬੈਰੀਅਰ ਤੋੜੇ, ਕਿਸ ਤਰ੍ਹਾਂ ਤੋਪ ਗੋਲਿਆਂ ਦਾ ਇਹਨਾਂ ਨੇ ਸਹਿਣ ਕੀਤਾ, ਔਰ ਉਹਦੇ ਮਗਰ ਕੋਈ ਸ਼ਕਤੀ ਸੀ। ਅੱਜ ਕੋਈ ਐਜੀਟੇਸ਼ਨ, ਕੋਈ ਜਥੇਬੰਦੀ ਲੀਡ ਨਹੀਂ ਕਰ ਰਹੀ, ਨਾ ਕੋਈ ਯੂਥ ਲੀਡ ਕਰ ਰਿਹਾ। ਇਹ ਇੱਕ ਆਮ ਰਾਏ, ਇੱਕ ਮੂਵਮੈਂਟ ਹੈ। ਇਹ ਕਹਿੰਦੇ ਮੂਵਮੈਂਟ ਚਲਾਉਂਦੇ ਕੁਝ ਬੰਦੇ ਹੁੰਦੇ ਨੇ, ਕਈ ਵਾਰ ਇੱਕ ਬੰਦੇ ਤੋਂ ਮੂਵਮੈਂਟ ਚੱਲ ਪੈਂਦੀ ਹੈ, ਉਹ ਮੂਵਮੈਂਟ ਫਿਰ ਸਾਰੀ ਦੁਨੀਆ 'ਚ ਜਾਂਦੀ ਹੈ। ਅੱਜ ਜੇ ਇੰਗਲੈਂਡ ਦੇ 100 MP ਇਹ ਕਹਿ ਰਹੇ ਨੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਕਿ ਟੇਕ ਅਪ ਕਰੋ ਮੋਦੀ ਨਾਲ, ਕਾਊਂਟਰ ਪਾਰਟ ਨਾਲ, ਤੇ ਕੋਈ ਗੱਲ ਹੈ ਉਹਦੇ 'ਚ? ਇਹ ਕਹਿੰਦੇ ਨੇ ਕੁਝ ਪੰਜਾਬ ਦੇ ਨੇ, ਕੁਝ ਜ਼ਿਲ੍ਹਿਆਂ ਦੇ ਹਰਿਆਣੇ ਦੇ ਨੇ, ਹੁਣ ਰਾਜਸਥਾਨ ਵੀ ਸਾਰਾ ਉੱਠਿਆ। ਅੱਜ ਜੇ ਅਮਰੀਕਾ ਦੇ ਵਿੱਚ ਐਡੀਆਂ ਵੱਡੀਆਂ ਡੈਮੋਨਸਟ੍ਰੇਸ਼ਨਸ ਕਿਸਾਨਾਂ ਦੇ ਐਜੀਟੇਸ਼ਨ ਦੇ ਹੱਕ 'ਚ ਹੋਈਆਂ ਨੇ, ਉਹ ਕੁਛ ਨੇ। ਇੱਕ ਜਗ੍ਹਾ ਤੇ LA ਵਿੱਚ, ਸੀਐਟਲ ਦੇ ਵਿੱਚ, ਅੰਨੇ ਸੈਕਰੀਮੈਂਟੋ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ, ਔਰ ਇੱਧਰ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ, ਮਤਲਬ ਕਿ ਐਜੀਟੇਸ਼ਨਸ ਅੰਨੇ ਲਾਰਜ ਸਕੇਲ 'ਤੇ ਹੋਈਆਂ, ਜਿਹੜੀਆਂ ਅੱਜ ਤੱਕ ਕਦੀ ਪੰਜਾਬ ਦੇ ਕਿਸੇ ਮੁੱਦੇ 'ਤੇ ਉੱਤੇ ਐਜੀਟੇਸ਼ਨਸ ਨਹੀਂ ਹੋਈਆਂ ਸੀ। ਇਹਨੂੰ ਵੀ ਮੋਦੀ ਸੀਰੀਅਸਲੀ ਨਹੀਂ ਲੈਣ ਨੂੰ ਤਿਆਰ। ਇੱਕ ਪਬਲਿਕ ਮੂਵਮੈਂਟ ਬਣੀ ਹੈ, ਇਹ ਮੂਵਮੈਂਟ ਦਾ ਕਿਤੇ ਜਾ ਕੇ ਨਿਤਾਰਾ ਹੁੰਦਾ, ਉਹਦੇ ਰਿਜ਼ਲਟ ਨਿਕਲਦੇ। ਇਹ ਇਤਿਹਾਸਿਕ ਰਿਜ਼ਲਟ, ਹਿਸਟੋਰਿਕ ਰਿਜ਼ਲਟਸ ਇਹਦੇ ਆਣੇ ਨੇ। ਇੱਕ ਨਵਾਂ ਪੰਜਾਬ ਵੀ ਖੜਾ ਹੋਏਗਾ, ਇੱਕ ਨਵਾਂ ਹਿੰਦੁਸਤਾਨ ਵੀ ਖੜਾ ਹੋਏਗਾ। ਔਰ ਜਿਹੜਾ 26 ਤਰੀਕ ਨੂੰ ਉੱਥੇ ਕਰਨ ਜਾ ਰਹੇ ਰਿਪਬਲਿਕ ਡੇ 'ਤੇ, ਉਹ ਵੀ ਇੱਕ ਰਿਪਬਲਿਕ, ਕਿਸਾਨਾਂ ਦੀ ਰਿਪਬਲਿਕ ਬਣੇਗੀ। ਇਹਨੂੰ ਜਿਵੇਂ ਹਿੰਦੁਸਤਾਨ ਦਾ ਰਿਪਬਲਿਕ ਡੇ ਮਨਾਇਆ ਜਾਂਦਾ ਹੈ, ਅੱਜ ਕਿਸਾਨਾਂ ਦਾ ਰਿਪਬਲਿਕ ਇੱਕ ਖੜੀ ਹੋਏਗੀ, ਕਿਸਾਨੀ ਰਿਪਬਲਿਕ। ਔਰ ਇਹ ਵੀ ਹਿਸਟਰੀ ਕ੍ਰੀਏਟ ਹੋਏਗੀ। ਇਹਨਾਂ ਨੇ ਜਦੋਂ ਐਜੀਟੇਸ਼ਨ ਪੰਜਾਬ ਵਿੱਚ ਚੱਲ ਰਹੀ ਸੀ, ਇਹਨਾਂ ਨੇ ਜਿਹੜਾ ਸੈਂਟਰ ਦਾ ਰਵੱਈਆ ਸੀ, ਟ੍ਰੇਨਾਂ ਨਹੀਂ ਚਲਾਉਣੀਆਂ ਜੀ, ਸਾਡਾ ਨੁਕਸਾਨ ਕੀਤਾ, ਪੰਜਾਬ ਦਾ ਕਿਸਾਨੀ ਦਾ ਨੁਕਸਾਨ ਕੀਤਾ, ਜਦੋਂ ਕਣਕਾਂ ਬੀਜੀਆਂ ਸਾਨੂੰ ਯੂਰੀਆ ਨਾ ਆਉਣ ਦਿੱਤਾ, ਔਰ ਇਹਨਾਂ ਨੇ ਜੋ ਸਾਡੇ ਨਾਲ ਧੱਕੇ ਕੀਤੇ, ਸਾਡਾ RDF ਰੋਕਤਾ, ਜਿਹੜਾ ਕਿਸਾਨਾਂ ਦੀਆਂ ਸੜਕਾਂ ਪਾਉਂਦੀਆਂ ਸੀ। ਕਿ ਵੀ ਜਿਹੜਾ ਮਨਪ੍ਰੀਤ ਸਿੰਘ ਬਾਦਲ ਗਏ ਸੀ ਹਕੂਮਤ ਕੋਲੇ, 1200 ਕਰੋੜ ਦਾ RDF ਫੰਡ ਰੋਕਤਾ। ਉਹਨਾਂ ਨੇ ਕਹਿੰਦੇ ਪਹਿਲਾਂ ਇਹ ਸਹੀ ਨਹੀਂ ਲੱਗਿਆ ਹੈਗਾ, ਅਸੀਂ ਇਸ ਕਰਕੇ ਰੋਕਿਆ। ਉਹ ਵੀ ਫਿਰ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਲੈ ਕੇ ਜ਼ਬਰਦਸਤੀ, ਬਿਲਕੁਲ ਮਤਰੇਈ ਮਾਂ ਵਾਲਾ ਸਾਡੇ ਨਾਲ ਸਲੂਕ ਕਰ ਰਹੇ ਨੇ। ਸਾਡੇ 2 ਮੰਤਰੀ ਗਏ ਸੀ, ਆਸ਼ੂ ਜੀ ਵੀ ਗਏ ਸੀ, ਪਾਈ ਦਾ ਹਿਸਾਬ ਲੈ ਕੇ ਗਏ ਸੀ, ਉਹਨਾਂ ਨੂੰ ਦੇਖ ਕੇ ਆਏ ਆ, ਲੇਕਿਨ ਉਹਨਾਂ ਨੂੰ ਉਹ ਸੁਣਨ ਨੂੰ ਹੀ ਤਿਆਰ ਨਹੀਂ। ਸਾਡਾ GST ਰੋਕਿਆ ਹੋਇਆ, ਕੀ ਗਲਤੀ ਕੀਤੀ ਹੈ ਪੰਜਾਬ ਨੇ ਜੀ? ਜੇ ਇੱਕ ਐਜੀਟੇਸ਼ਨ ਚੱਲੀ ਹੈ, ਇਹ ਐਜੀਟੇਸ਼ਨ ਦੇ ਵਿੱਚ ਬਹੁਤ ਆਪ ਆਪਣੇ ਕੈਪਟਨ ਸਾਹਿਬ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲ ਕੇ ਆਏ ਨੇ। ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਜਦ ਉਹ ਨਹੀਂ ਮਿਲੇ, ਆਪ ਪ੍ਰੋਟੈਸਟ ਵੀ ਕੀਤਾ ਜੰਤਰ ਮੰਤਰ ਤੇ ਕੈਪਟਨ ਸਾਹਿਬ ਨੇ ਜਾ ਕੇ। ਔਰ ਉਹਨਾਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹ ਬਹੁਤ ਦੂਰ ਜਾਏਗੀ ਗੱਲ, ਇਹਨੂੰ ਸਾਂਭ ਲਓ। ਔਰ ਮੀਟਿੰਗ ਵੀ ਹੋਈ ਕਿਸਾਨਾਂ ਦੀ ਦਿੱਲੀ 'ਚ ਪਹਿਲੀ, ਉੱਥੇ ਅਫਸਰਾਂ ਨਾਲ ਮੀਟਿੰਗ ਕਰਾ ਦਿੱਤੀ ਗਈ, ਉਹਨੂੰ ਸੀਰੀਅਸਲੀ ਨਹੀਂ ਲਿੱਤਾ ਗਿਆ। ਔਰ ਅਗਰ ਉਹਨੂੰ ਸੀਰੀਅਸਲੀ ਲੈਂਦੇ, ਉਦੋਂ ਗੱਲ ਕੁਝ ਵੀ ਨਹੀਂ ਸੀ। ਉਦੋਂ MSP ਦੀ ਗੱਲ ਸੀ, ਉਹਨਾਂ ਮੰਨ ਲੈਂਦੇ ਕਿ ਅਸੀਂ ਇਹਨੂੰ ਲੀਗਲ ਰਾਈਟ ਬਣਾ ਦਾਂਗੇ। ਉਦੋਂ ਬਿੱਲ ਖਤਮ ਕਰਨ ਦੀ ਗੱਲ ਨਹੀਂ ਸੀ, ਅਮੈਂਡਮੈਂਟਸ ਦੀ ਗੱਲ ਸੀ। ਜਿਵੇਂ ਹੁਣ BJP ਕਰਦੀ ਹੈ ਕਿ ਅਸੀਂ ਅੰਡਰ ਕੌਂਸਟੀਟਿਊਸ਼ਨ, BJP ਕਹਿੰਦੀ ਕਿ ਕਰ ਦਿੰਦੇ ਆ, ਵੀ ਸੰਵਿਧਾਨ ਦੇ ਤਹਿਤ ਕਰ ਦਿੰਦੇ ਆ, ਸਰਕਾਰੀ ਏਜੰਸੀਆਂ ਹੀ ਖਰੀਦ ਕਰਨਗੀਆਂ, FCI ਨੂੰ ਭੰਗ ਨਹੀਂ ਕਰਾਂਗੇ। ਇਹੋ ਜਿਹੀਆਂ ਤਜਵੀਜ਼ਾਂ, ਪ੍ਰਸਤਾਵ BJP ਲੈ ਕੇ ਆ ਰਹੀ। ਦੂਜੇ ਪਾਸੇ ਗੱਲ ਨਿਕਲ ਕੇ ਆਈ ਸੀ ਵਿੱਚੋਂ ਮਾਨ ਸਾਹਿਬ ਕਿ ਵੀ ਸਟੇਟਾਂ 'ਤੇ ਛੱਡ ਦੂਗੀ BJP, ਕਿ ਜਿਸ ਸੂਬੇ ਨੇ ਲਾਗੂ ਕਰਨੇ ਹੋਣਗੇ ਖੇਤੀ ਕਾਨੂੰਨ, ਉਹ ਸੂਬਾ ਲਾਗੂ ਕਰ ਲਵੇ, ਜਿਹਨੇ ਨਹੀਂ ਕਰਨੇ ਉਹ ਛੱਡ ਦੇਵੇ। ਇਹ ਫਿਰ BJP ਦਾ ਕੀ ਨਵਾਂ? ਇਹ ਜਿਹੜਾ FCI ਦੀ ਗੱਲ ਹੈ, ਸ਼ਾਂਤਾ ਕਮਰ ਕਮੇਟੀ ਜਿਹੜੀ ਬਣਾਈ ਸੀ, ਇਹ ਉੱਥੋਂ ਉਹਨਾਂ ਨੇ ਇਹ ਚੀਜ਼ ਪਾਈ ਕਿ FCI ਇੱਕ ਐਕਸਟਰਾ ਬਰਡਨ ਹੈ ਜੀ, ਵੀ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਹੈ, ਇਹਨੂੰ ਖਤਮ ਕਰ ਦਿੱਤਾ ਜਾਵੇ। ਉਹ ਫਿਰ MSP ਤੇ ਸਿੱਧਾ ਫਰਕ ਪੈਂਦਾ ਸੀ। MSP 22-23 ਚੀਜ਼ਾਂ ਤੇ ਹੈ ਹਿੰਦੁਸਤਾਨ ਦੇ ਵਿੱਚ, ਮਿਲਦੀ ਦੋਵਾਂ ਤੇ 2 ਸੂਬਿਆਂ 'ਚ ਮਿਲਦੀ ਹੈ। ਉਹਦੇ ਨਾਲ 1 ਲੱਖ ਕੋਈ 30,000 ਕਰੋੜ ਦਾ ਦੋਨੋਂ ਸੂਬਿਆਂ ਤੇ ਸਾਲ ਦਾ ਦਿੰਦੇ ਨੇ। ਉਹਦੇ ਨਾਲ ਸਾਡਾ ਜਿਹੜਾ ਆਟਾ ਦਾਲ ਦਾ ਵਗੈਰਾ ਗਰੀਬਾਂ ਨੂੰ ਜਿਹੜਾ ਫੂਡ ਪ੍ਰੋਵਾਈਡ ਕਰਦੇ ਹਾਂ ਅਸੀਂ, ਉਹਦੇ ਰਾਹੀਂ ਦਿੱਤਾ ਜਾਂਦਾ ਸਾਰਾ। ਇਹ ਜਿਹੜੇ ਕਮੇਟੀ ਨੇ ਇਹਨਾਂ ਨੂੰ ਸੁਜੈਸ਼ਨਸ ਦੇਤੀਆਂ, ਇਹਨਾਂ ਨੇ ਇਹਨੂੰ ਬੰਦ ਕਰਨ ਵਾਲੇ ਰਾਹ 'ਚ ਤੁਰੇ ਨੇ।
ਔਰ ਇਹ ਪੋਸੀਬਲ ਨਹੀਂ ਹੋਣਾ ਕਿਸੇ ਹਾਲਤ। ਇਹ ਮੰਗ ਜਿਹੜੀ ਪੰਜਾਬ ਤੇ ਹਰਿਆਣੇ ਦੀ ਸੀ, ਅੱਜ ਸਾਰੇ ਦੇਸ਼ 'ਚ ਹੁਣ MSP 800 ਰੁਪਏ ਵਿਕ ਰਿਹਾ ਝੋਨਾ ਮਾਨ ਸਾਹਿਬ ਯੂਪੀ 'ਚ। ਜੀ ਤੁਸੀਂ ਮੱਕੀ ਦਾ ਹਾਲ ਦੇਖਿਆ, ਮੱਕੀ ਦਾ ਹਾਲ ਦੇਖੋ। 700 ਰੁਪਏ ਨੂੰ ਮੱਕੀ ਵਿਕੀ ਹੈ ਤੇ MSP ਤਾਂ ਮੱਕੀ ਤੇ ਵੀ ਬਰਕਰਾਰ ਹੈ, ਪਰ ਉਹ ਖਰੀਦੀ ਨਹੀਂ ਖਰੀਦੀ ਜਾਂਦੀ। ਤੇ ਜਦੋਂ ਮੈਂ BJP ਦੇ ਵੱਡੇ ਆਗੂਆਂ ਨਾਲ ਗੱਲ ਕੀਤੀ ਕਿ MSP ਦਾ ਰੇਟ 1850 ਰੁਪਏ ਹੈ ਤੇ 700 500 700 ਰੁਪਏ ਨੂੰ ਮੱਕੀ ਵਿਕ ਰਹੀ ਹੈ, ਉਹ ਕਹਿੰਦੇ ਐਸੀ ਕੋਈ ਗੱਲ ਨਹੀਂ, ਜੇਕਰ 700 ਰੁਪਏ ਨੂੰ ਮੱਕੀ ਚੱਕੀ ਜਾ ਰਹੀ ਤਾਂ ਅਸੀਂ 15000 ਕਰੋੜ ਭਗਵੰਤਰ ਯੋਜਨਾ ਰਾਹੀਂ ਰੱਖਤਾ ਵੀ ਉਹਦੇ ਰਾਹੀਂ ਦੇਵਾਂਗੇ। ਜਦੋਂ ਅਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਕਿੰਨੇ ਕੁ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਭਗਵੰਤਰ ਯੋਜਨਾ ਰਾਹੀਂ 15000 ਕਰੋੜ ਵਿੱਚੋਂ MSP ਦਾ ਜਿਹਨਾਂ ਨੂੰ ਰੇਟ ਨਹੀਂ ਮਿਲਿਆ ਤਾਂ ਕਿੰਨੇ ਕੁ ਤੁਸੀਂ ਦਿੱਤਾ, ਤਾਂ ਉਹ ਕਹਿੰਦੇ ਕਿ ਅਸੀਂ ਹਰਿਆਣਾ ਦੇ ਵਿੱਚ ਵੀ ਦਿੱਤਾ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਹੀਂ ਸਾਡੀ ਯੋਜਨਾ ਨੂੰ ਸਫਲ ਹੋਣ ਦੇ ਰਹੇ, ਤਾਂ ਕਰਕੇ ਵੀ ਸਾਡੀ ਕਿਤੇ ਵਾਹ ਨਾ ਹੋ ਜੇ BJP ਦੀ। ਇਹ ਦੇਖੋ ਹਮੇਸ਼ਾ ਜਦੋਂ ਐਜੀਟੇਸ਼ਨ ਚੱਲੀ ਹੈ, ਬਿੱਲ ਹੋਏ ਨੇ, ਸਿੰਘ ਗਰੇਵਾਲ ਦਾ ਕਹਿਣਾ ਇਹਨਾਂ ਨੇ ਪਹਿਲੇ ਦਿਨ ਤੋਂ ਕਾਂਗਰਸ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਐਜੀਟੇਸ਼ਨ ਤਾਂ ਕਾਂਗਰਸ ਇਹਦੇ ਬਿਹਾਈਂਡ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਲ ਪਾਰਟੀ ਮੀਟਿੰਗ ਸੱਦੀ, ਸਭ ਤੋਂ ਪਹਿਲਾਂ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਲ ਪਾਰਟੀ ਮੀਟਿੰਗ ਬੁਲਾ ਕੇ ਇਹ ਸਾਰਿਆਂ ਨਾਲ ਗੱਲ ਕੀਤੀ। ਉਸ ਤੋਂ ਬਾਅਦ ਇਹ ਬਿੱਲ ਜਦੋਂ ਆਏ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ 3-4 ਮੀਟਿੰਗਾਂ ਕੀਤੀਆਂ, ਫਿਰ ਵਿਧਾਨ ਸਭਾ 'ਚ ਯੂਨੈਨਿਮਸਲੀ BJP ਤੋਂ ਇਲਾਵਾ ਬਾਕੀ ਪਾਰਟੀਆਂ ਨੇ ਬਿੱਲ ਆਪਣਾ ਨਾ ਲਾਗੂ ਕਰਨ ਦੀ ਪਾਇਆ, ਔਰ ਫਿਰ ਗਵਰਨਰ ਨੂੰ ਜਾ ਕੇ ਸਾਰਾ ਇਕੱਠਾ ਦੇ ਕੇ ਆਏ ਨੇ। ਔਰ BJP ਨੂੰ ਦਿਖਦਾ ਰਿਹਾ ਕਾਂਗਰਸ ਕਿ ਕਾਂਗਰਸ ਪਿੱਛੇ ਹੈ। ਜਦੋਂ ਕਿਸਾਨ ਜਾ ਕੇ ਬਾਰਡਰਾਂ ਤੇ ਬਹਿ ਗਏ, ਇਹ ਕਹਿਣ ਵੀ ਇਹ ਨੈਕਸਲਾਈਟਸ ਨੇ, ਇਹ ਐਂਟੀ ਨੈਸ਼ਨਲ ਨੇ, ਇਹ ਖਾਲਿਸਤਾਨੀ ਨੇ, ਔਰ ਉਹ ਇਹਨਾਂ ਨੇ ਬਹੁਤ ਖੇਡਾਂ ਖੇਡੀਆਂ ਜਿਹੜੀ ਇਹ ਕਾਮਯਾਬ ਨਹੀਂ ਹੋ ਸਕੇ। ਕਿਉਂਕਿ ਜਦੋਂ ਦੇ ਆਏ ਨੇ 14 ਦੇ, ਇਹ ਪਹਿਲਾਂ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਨੇ। ਇਹ ਜਾਇ ਪੁਲਵਾਮਾ ਕੁਝ ਕੀਤਾ ਜਾਂ ਕੋਈ 에ਅਰ ਸਟ੍ਰਾਈਕ ਕੀਤੀ ਤੇ ਉਹ ਉਹਨਾਂ ਦੇ ਸਿਰ ਤੇ ਵੋਟਾਂ ਲਈ ਗਏ ਨੇ। ਹਰੇਕ ਪਾਰਟੀ ਨੂੰ ਇਹ ਤਾਂ ਐਂਟੀ ਨੈਸ਼ਨਲ, ਜਿਹੜਾ ਮੋਦੀ ਦੇ ਖਿਲਾਫ ਬੋਲੂਗਾ ਐਂਟੀ ਨੈਸ਼ਨਲ ਹੈ, ਚਾਹੇ ਉਹ TMC ਹੈ, ਚਾਹੇ ਉਹ ਸ਼ਿਵ ਸੈਨਾ ਹੈ, ਚਾਹੇ ਉਹ ਸ਼ਰਦ ਪਵਾਰ ਦੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਆਪਣੀ ਸਮਾਜਵਾਦੀ ਪਾਰਟੀ ਹੈ, ਚਾਹੇ JDU ਹੈ, ਜੋ ਵੀ ਪਾਰਟੀ ਆਪਣਾ ਲਾਲੂ ਪ੍ਰਸਾਦ ਦੀ ਪਾਰਟੀ ਹੈ ਉਹਦੇ ਲੜਕੇ ਦੀ, ਇਹਨਾਂ ਨੇ ਐਂਟੀ ਨੈਸ਼ਨਲ ਕਹਿ ਕੇ ਵੋਟਾਂ ਲੈ ਲਈਆਂ ਕਿ ਅਸੀਂ ਹੀ ਨੈਸ਼ਨਲਿਸਟ ਆ, ਬਾਕੀ ਐਂਟੀ ਨੈਸ਼ਨਲ। ਹੁਣ ਜਦੋਂ ਐਜੀਟੇਸ਼ਨ ਦੀ ਆਵਾਜ਼ ਉੱਠੀ ਹੈ, ਇਹਨਾਂ ਨੇ ਇਹਨਾਂ ਨੂੰ ਐਂਟੀ ਨੈਸ਼ਨਲ ਕਰਤਾ, ਇਹਨਾਂ ਨੂੰ ਖਾਲਿਸਤਾਨੀ ਕਰ ਦਿੱਤਾ। ਇਹ ਤਾਂ ਇੱਕ ਖੇਡ ਸੀਗੀ ਜਿਹੜੀ ਇਹਦੀ ਹੁਣ ਤੱਕ ਚੱਲੀ ਗਈ, ਹੁਣ ਨਹੀਂ ਚੱਲੇਗੀ। ਕਿਸਾਨਾਂ ਤੋਂ ਜ਼ਿਆਦਾ ਨੈਸ਼ਨਲਿਸਟ ਕੋਈ ਨਹੀਂ ਹੋ ਸਕਦਾ, ਸਿੱਖਾਂ ਨਾਲੋਂ ਜ਼ਿਆਦਾ ਨੈਸ਼ਨਲਿਸਟ ਕੋਈ ਨਹੀਂ ਹੋ ਸਕਦਾ। ਸਾਡੀਆਂ ਜਿਹੜੀਆਂ ਵਾਰਸ ਲੜੀਆਂ ਗਈਆਂ ਨੇ, ਚਾਹੇ 65 ਦੀ ਸੀ, 71 ਦੀ, ਚਾਹੇ ਚਾਈਨਾ ਨਾਲ ਸੀਗੀ, ਮੈਕਸਿਮਮ ਕੁਰਬਾਨੀਆਂ ਸਾਡੇ ਪੰਜਾਬੀਆਂ ਨੇ ਦਿੱਤੀਆਂ ਨੇ। ਔਰ ਅੱਜ ਵੀ ਬਾਰਡਰਾਂ ਤੇ ਪੰਜਾਬੀ ਬੈਠੇ ਨੇ। ਜਦੋਂ ਗ੍ਰੀਨ ਰੈਵੋਲੂਸ਼ਨ ਆਈ ਹੈ, ਉਦੋਂ ਵੀ ਸਾਰੇ ਹਿੰਦੁਸਤਾਨ ਦਾ ਢਿੱਡ ਇਹ ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ ਭਰਿਆ। ਬੇਸ਼ੱਕ ਆਪਣੀ ਧਰਤੀ ਜ਼ਹਿਰੀਲੀ ਕਰ ਲਈ। ਹਾਂ, ਆਪਣੀ ਧਰਤੀ ਦਾ ਤਾਂ ਅਸੀਂ ਸਾਰਾ ਸਰਮਾਈ ਗਵਾ ਲਿਆ, ਪਾਣੀਓ ਗਵਾ ਲਿਆ। ਬਿਲਕੁਲ ਜੀ, ਬਿਲਕੁਲ। ਅਸੀਂ ਆ 4-4 ਫੁੱਟ ਤੋਂ ਪੀਣ ਵਾਲਾ ਪਾਣੀ ਕੱਢਦੇ ਫਿਰਦੇ। ਸੋ ਨੁਕਸਾਨ ਖਾਦੇ ਨੇ, ਲੇਕਿਨ ਇਹ ਸਾਨੂੰ ਇੱਥੇ ਵੀ ਨਹੀਂ ਰਹਿਣ ਦੇਣਾ ਚਾਹੁੰਦੇ। ਮਾਨ ਸਾਹਿਬ ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਵੀ ਕੈਪਟਨ ਅਮਰਿੰਦਰ ਨੂੰ ਪਹਿਲਾਂ ਪਤਾ ਸੀ ਇਹਨਾਂ ਕਾਨੂੰਨਾਂ ਦਾ। 5 ਮੁੱਖ ਮੰਤਰੀਆਂ ਦੀ ਕਮੇਟੀ ਵੀ ਬਣਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੀ, ਉਹ ਚੁੱਪ ਰਹੇ। ਉਸ ਤੋਂ ਬਾਅਦ ਕਾਹਨ ਸਿੰਘ ਪੰਨੂ ਨੇ ਵੀ ਆ ਕੇ ਰਿਪੋਰਟ ਕੀਤੀ ਸੀ ਕਿ ਵੀ ਇਦਾਂ ਦੇ ਕੋਈ BJP ਬਿੱਲ ਲੈ ਕੇ ਆ ਰਹੀ ਜੋ ਘਾਤਕ ਸਾਬਤ ਹੋਣਗੇ। ਉਸਨੇ ਦੇਰ ਕਰਤੀ ਬੋਲੀ। ਇਹ ਜਿਹੜੀ ਕਮੇਟੀ ਬਣਾਈ ਸੀ ਚੀਫ ਮਿਨਿਸਟਰਾਂ ਦੀ, ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਰੱਖਿਆ ਗਿਆ ਸੀ। ਇਹ ਬਾਅਦ 'ਚ ਉੱਥੇ ਜਾ ਕੇ ਇਹ ਮੰਗ ਰੱਖੀ ਕਿ ਸਾਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ। ਇਹ ਪਹਿਲਾਂ ਹੀ ਚਾਲ ਸੀ ਕਿ ਕੈਪਟਨ ਨੂੰ ਪਤਾ ਨਾ ਲੱਗ ਜੇ, ਇਹਨਾਂ ਨੂੰ ਕਮੇਟੀ 'ਚ ਨਹੀਂ ਰੱਖਿਆ ਗਿਆ। ਜਦੋਂ ਕਮੇਟੀ 'ਚ ਰੱਖਿਆ ਗਿਆ, ਉਦੋਂ ਇੱਕ ਮੀਟਿੰਗ ਦੇ ਵਿੱਚ ਫਾਈਨੈਂਸ ਦੇ ਬਾਰੇ ਮਨਪ੍ਰੀਤ ਜੀ ਚਲੇ ਗਏ। ਉਦੋਂ ਉਹਨਾਂ ਨੇ ਸਿਰਫ ਫਾਈਨੈਂਸਿਸ ਡਿਸਕਸ ਕੀਤੇ। ਇੱਕ ਮੀਟਿੰਗ ਵਿੱਚ ਕਾਹਨ ਸਿੰਘ ਪੰਨੂ ਚਲੇ ਗਏ, 2 ਮੀਟਿੰਗਾਂ ਦੇ ਵਿੱਚ, ਇੱਕ 'ਚ ਪੰਨੂ ਸਾਹਿਬ ਚਲੇ, ਇੱਕ 'ਚ ਮਨਪ੍ਰੀਤ ਚਲੇ ਗਏ। ਇਹ ਬਿੱਲਾਂ ਬਾਰੇ ਤਾਂ ਉਦੋਂ ਜਾਣਕਾਰੀ ਇਹਨਾਂ ਨੇ ਦਿੱਤੀ ਹੀ ਨਹੀਂ। ਬਿੱਲਾਂ ਬਾਰੇ ਤਾਂ ਮੁੱਖ ਮੰਤਰੀਆਂ ਦੀ ਮੀਟਿੰਗ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਹੀਂ ਸੀਗੇ, ਬੰਬੇ ਹੋਈ ਸੀ। ਹਾਂ, ਬੰਬੇ ਹੋਈ ਸੀ ਉਹ ਮੀਟਿੰਗ, ਉਹਦੇ ਵਿੱਚ ਇਹਨਾਂ ਨੇ ਆਲਰੇਡੀ ਕਲੀਅਰ ਕਰ ਲਿਆ ਸੀ। ਇਹ ਤਾਂ ਇਹਨਾਂ ਦੀ ਇੰਪਲੀਮੈਂਟੇਸ਼ਨ ਦੀਆਂ ਡਿਟੇਲਸ ਵਗੈਰਾ ਇਹਨਾਂ ਨਾਲ ਡਿਸਕਸ ਕਰ ਲਈਆਂ। ਇਹ ਬਿੱਲਾਂ ਬਾਰੇ ਪਤਾ ਸੀਗਾ ਹਰਸਿਮਰਤ ਕੌਰ ਬਾਦਲ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਇਹ ਇਹਨਾਂ ਦੇ ਭਾਈਵਾਲ ਸੀਗੇ। ਤੁਸੀਂ ਦੇਖੋ ਅੱਜ ਤੋਂ 4 ਮਹੀਨੇ ਪਹਿਲਾਂ ਤੱਕ ਜਿਹੜੇ ਮੋਦੀ ਨੂੰ ਕਿਵੇਂ ਚੱਕਿਆ ਸੀ ਇਹਨਾਂ ਨੇ, ਮੋਦੀ ਨੂੰ ਇੱਕ ਮਿਨਿਸਟਰੀ ਪਿੱਛੇ। ਔਰ ਪਹਿਲਾਂ ਹਰਸਿਮਰਤ ਅੱਜ ਵੀ ਉਹਦੀਆਂ ਰਿਕਾਰਡਿੰਗਸ ਪਈਆਂ ਇਹ ਬਿੱਲਾਂ ਦੀ ਹੱਕ 'ਚ ਬੋਲਦੀ, ਆਪਣੇ ਸੁਖਬੀਰ ਸਿੰਘ ਬਾਦਲ ਹੱਕ 'ਚ ਬੋਲ ਰਿਹਾ।
ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਕਿ ਇਹ ਤਾਂ ਬਿੱਲ ਘਿਓ ਵਾਂਗੂ ਲੱਗਣਗੇ ਕਿਸਾਨਾਂ ਨੂੰ। ਉਹ ਘਿਓ ਦੇ ਡੈਫੀਨੇਸ਼ਨ ਨਾਲ ਜੋੜਤਾ ਸੀ। ਇਹਨਾਂ ਨੂੰ ਸੰਗ ਹੀ ਨਹੀਂ ਆਉਂਦੀ ਕਿ 4 ਮਹੀਨੇ ਪਹਿਲਾਂ ਤੁਸੀਂ ਕੀ ਕਹਿ ਰਹੇ ਸੀ, ਅੱਜ ਤੁਸੀਂ ਪਾਣੀ ਪੀ ਕੇ ਕਹਿ ਰਹੇ ਹੋ ਕਿ ਬਿੱਲ ਬੜੇ ਮਾੜੇ ਨੇ। ਮਤਲਬ ਕਿ ਇੰਨਾ ਵੱਡਾ ਯੂ ਟਰਨ, ਦੇਖੋ ਲੋਕਾਂ ਦਾ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਇਹ ਸ਼ਹੀਦੀਆਂ ਵੀ ਪਾਰਟੀ ਦੇ ਸਾਡੇ ਬੰਦੇ ਸ਼ਹੀਦ ਹੋਏ ਨੇ ਸਫੇੜੇ 'ਚ, ਇਸ ਐਜੀਟੇਸ਼ਨ ਦੇ ਵਿੱਚ। ਸਾਰੀ ਜ਼ਿੰਦਗੀ ਉਹਨਾਂ ਨੇ ਕਾਂਗਰਸ ਦਾ ਝੰਡਾ ਔਰ ਕਿਸਾਨੀ ਦਾ ਝੰਡਾ ਇਕੱਠਾ ਚੱਕਿਆ। ਸਾਡੇ ਜੰਗੀਰ ਸਿੰਘ ਪਰਸੋਂ ਭੋਗ ਪਿਆ, ਉਹ ਆਪਣੇ ਤਾਰਾ ਚੰਦ ਪਿੰਡ ਸਾਡਾ ਪ੍ਰਤਾਪਗੜ੍ਹ ਦੇ, ਸਾਰੀ ਜ਼ਿੰਦਗੀ ਕਾਂਗਰਸਮੈਨ ਔਰ ਇੱਕ ਕਿਸਾਨ ਸਾਡੇ ਰਾਜੇਵਾਲ ਦੇ ਜ਼ਿਲ੍ਹੇ ਦੇ ਖਜ਼ਾਨਚੀ ਸੀਗੇ। ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਕਿਸਾਨੀ ਦੀ ਲੜਾਈ ਲੜਦੇ ਤੁਹਾਨੂੰ ਬਹੁਤ ਐਗਜ਼ਾਮਪਲ ਮਿਲ ਜਾਣਗੇ। ਲੇਕਿਨ ਇਹਨਾਂ ਨੇ ਜਿਹੜਾ ਯੂ ਟਰਨ ਲਿਆ, ਇਹਨਾਂ ਦਾ ਪੋਲੀਟੀਕਲ ਗਠਬੰਧਨ ਸੀ ਔਰ ਇੱਕ ਦੂਜੇ ਦੇ ਫਾਇਦੇ ਲੈਂਦੇ ਰਹੇ ਨੇ। ਔਰ 2 ਸੀਟਾਂ ਇਹਨਾਂ ਨੇ ਮੋਦੀ ਦੀ ਮਦਦ ਨਾਲ ਜਿੱਤੀਆਂ ਨੇ, ਹਰਸਿਮਰਤ ਦੀ ਵੀ ਤੇ ਆਪਣਾ ਸੁਖਬੀਰ ਸਿੰਘ ਬਾਦਲ ਦੀ ਵੀ, ਨਹੀਂ ਤਾਂ ਉਹ ਵੀ ਨਹੀਂ ਜਿੱਤ ਸਕਦੇ ਸੀਗੇ। ਸੋ ਜਦੋਂ ਇਹਨਾਂ ਨੇ ਪੋਲੀਟੀਕਲ ਲਾ ਲੈਣਾ ਤਾਂ ਇਕੱਠੇ ਹੋ ਜਾਂਦੇ ਨੇ। ਔਰ ਜਦੋਂ ਕਿਸਾਨਾਂ ਦਾ ਗੱਲ ਘੁੱਟਣਾ, ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਸਾਨੂੰ ਪਿੰਡਾਂ 'ਚ ਵੀ ਨਹੀਂ ਵੜਨ ਦੇਣਾ, ਤੇ ਇਹਨਾਂ ਨੇ ਨਾਤਾ ਤੋੜ ਲਿਆ। ਨਾਤਾ ਤੋੜ ਕੇ ਤੇ ਉਹਨਾਂ ਨੂੰ ਅੱਜ ਉਹ ਰਿਕਾਰਡਿੰਗਸ ਤਾਂ ਕਿਤੇ ਗਈਆਂ ਨਹੀਂ ਜਿੱਥੇ ਇੰਨਾ ਇਹ ਕਹਿ ਰਹੇ ਸੀ ਕਿ ਬਿੱਲ ਇਹਨਾਂ ਤੋਂ ਚੰਗੇ ਬਿੱਲ ਹੀ ਨਹੀਂ ਆ ਸਕਦੇ, ਕਿ ਡਬਲ ਇਨਕਮ ਹੋ ਜਾਏਗੀ ਕਿਸਾਨਾਂ ਦੀ। ਔਰ ਅੱਜ ਤੁਸੀਂ ਇੱਕਦਮ ਯੂ ਟਰਨ ਲੈਂਦੇ ਹੋ, ਲੋਕ ਅੱਡੇ ਮੂੰਹ ਰੱਖਣੇ ਗਏ। ਜਿੱਥੇ ਆਮ ਆਦਮੀ ਪਾਰਟੀ ਦੀ ਗੱਲ ਹੈ, ਆਮ ਆਦਮੀ ਪਾਰਟੀ ਦਾ ਕੋਈ ਕਿਸਾਨੀ ਚਿਹਰਾ ਤਾਂ ਦਿਖਾ ਦਿਓ ਪੰਜਾਬ ਵਿੱਚ। ਇੱਕ ਰਾਘਵ ਕੋਈ ਚੱਡਾ ਲਿਆਂਦਾ, ਇੱਕ ਇੰਚਾਰਜ ਬਣਾਇਆ ਜਰਨੈਲ ਸਿੰਘ, ਉਹਨਾਂ ਦੇ ਨਾ ਕੋਈ ਪਿੰਡ ਹੈ ਨਾ ਉਹਨਾਂ ਦੀ ਕੋਈ ਕਿਸਾਨੀ ਹੈ। ਆਮ ਆਦਮੀ ਪਾਰਟੀ ਕਿਸਾਨਾਂ ਨਾਲ ਕਿਵੇਂ ਆਇਡੈਂਟੀਫਾਈ ਹੋ ਜੂਗੀ ਪੰਜਾਬ ਦੇ ਵਿੱਚ? ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਪਾਣੀਆਂ ਪਿੱਛੇ ਵੀ ਸਟੈਂਡ ਲਿਆ, ਕੈਪਟਨ ਅਮਰਿੰਦਰ ਸਿੰਘ ਨੇ ਹੁਣ ਬਿੱਲਾਂ ਪਿੱਛੇ ਵੀ ਸਟੈਂਡ ਲਿਆ। ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਆਪਣਾ ਅਸਤੀਫਾ ਨਾਲ ਲੈ ਕੇ ਗਏ ਕਿ ਮੈਨੂੰ ਦੇਣਾ ਪਵੇ ਮੈਂ ਦੇਵਾਂਗਾ। ਆਮ ਆਦਮੀ ਪਾਰਟੀ ਵੀ ਕਹਿੰਦੇ ਕਿ ਸਾਡੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉਹ ਵਿਧਾਨ ਸਭਾ ਦਾ 1 ਦਿਨ ਦਾ ਸੈਸ਼ਨ ਸੱਦ ਕੇ ਉਹ ਬਿੱਲ ਪਾੜਤੇ। ਬਿੱਲ ਪਹਿਲਾਂ ਲਾਗੂ ਕਰ ਲਏ, ਫਿਰ ਬਿੱਲ ਦਿਖਾਉਣ ਲਈ ਪਾੜਤੇ। ਇੱਕ ਪਾੜੀ ਹੋਈ ਚੀਜ਼ ਦਾ ਮਾਇਨਾ ਕਨਸਟੀਟਿਊਸ਼ਨ ਦੇ ਵਿੱਚ ਕੀ ਹੈ, ਲੀਗਲੀ ਕੀ ਮਾਇਨਾ? ਜੇ ਕੋਈ ਕਾਗਜ਼ ਪਾੜ ਦਿਓ ਤੁਸੀਂ ਵਿਧਾਨ ਸਭਾ ਦੇ ਵਿੱਚ, ਉਹਦਾ ਮਾਇਨਾ ਕੀ ਹੈ? ਕੋਈ ਰਿਕਾਰਡ ਹੋ ਗਿਆ ਕਿ ਕਾਗਜ਼ ਪਾੜਤਾ ਜੀ? ਕੋਈ ਪ੍ਰੋਸੀਡਿੰਗਸ ਦੇ 'ਚ ਆ ਗਿਆ? ਕੋਈ ਮਿੰਟਸ 'ਚ ਆ ਗਿਆ? ਇਹ ਤਾਂ ਗੱਲਾਂ ਨੇ ਦਿਖਾਉਣ ਨੂੰ, ਡਬਲ ਫੇਸਡ ਨੇ। ਇਹਨਾਂ ਨੇ ਦੇਖ ਲਿਆ ਕਿ ਪੰਜਾਬ ਵਿੱਚ ਸਾਡੇ ਪੈਰ ਨਹੀਂ ਲੱਗ ਰਹੇ ਤੇ ਉਧਰ ਨੂੰ ਤੁਰ ਪੈਂਦੇ ਨੇ। ਸੋ ਇਸ ਜਗ੍ਹਾ ਤੇ ਇਹ ਪਹਿਲਾਂ ਜਦੋਂ ਆਪਣਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਦੋਂ ਵੀ ਕੈਪਟਨ ਸਾਹਿਬ ਦੀ ਇੱਕ ਵਾਰੀ ਇਹ ਡਿਸਮਿਸ ਕਰਨ ਲੱਗੇ ਸੀ ਜਦੋਂ ਪਾਣੀ ਦੇ ਬਿੱਲਾਂ ਦੇ ਵਿੱਚ ਇਹਨਾਂ ਨੇ ਸਟੈਂਡ ਲਿਆ ਸੀ। ਕੈਪਟਨ ਸਾਹਿਬ ਨੇ ਪਹਿਲਾਂ ਵੀ ਅਸਤੀਫੇ ਦਿੱਤੇ, ਬਲੂ ਸਟਾਰ ਵੇਲੇ ਵੀ ਕਾਂਗਰਸ ਸੀਗੀ, ਉਦੋਂ ਵੀ ਇਹਨਾਂ ਨੇ ਅਸਤੀਫਾ ਦੇ ਕੇ ਦਿਖਾਇਆ ਸੀ। ਐਗਰੀਮੈਂਟ ਦੀ ਵੀ ਇਹਨਾਂ ਨੇ ਟਰਮੀਨੇਸ਼ਨ ਆਫ ਐਕਟ ਲਿਆਂਦਾ ਵਿਧਾਨ ਸਭਾ ਦੇ ਵਿੱਚ। ਸੋ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਨੇ ਕਰਕੇ ਦਿਖਾਉਂਦੇ ਨੇ। ਮਾਨ ਸਾਹਿਬ, ਬੀਤੇ ਕੱਲ ਪੰਜਾਬ ਕਾਂਗਰਸ ਵੱਲੋਂ ਫੈਸਲਾ ਲਿਆ ਗਿਆ ਕਿ ਵੀ ਟੈਕਸ ਅਚਲ ਸੰਪੱਤੀ, ਪੈਟਰੋਲ ਡੀਜ਼ਲ ਦੀ ਵਿਕਰੀ ਤੇ ਟੈਕਸ ਲਾਏ ਜਾਣਗੇ, ਜਿਹਦੇ ਕਿਹਾ ਜਾ ਰਿਹਾ ਕਿ 216 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਪੰਜਾਬ ਦੀ ਜਨਤਾ ਦੇ। ਪੰਜਾਬ ਦੀ ਜਨਤਾ ਤਾਂ ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਹੀ ਹੈ। ਇਹ ਕੱਲ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ ਸੀ, ਉਹਦੇ 'ਚ ਫੈਸਲਾ ਕੀਤਾ ਗਿਆ ਇੱਕ ਇਨਫਰਾਸਟ੍ਰਕਚਰ ਡਿਵੈਲਪਮੈਂਟ ਫੀ ਲਾਈ ਹੈ ਔਰ 0.25 ਪੈਸੇ ਪੈਟਰੋਲ ਡੀਜ਼ਲ ਤੇ, ਇੱਕ ਇਮੂਵੇਬਲ ਪ੍ਰੋਪਰਟੀ ਦੇ ਵੀ ਜਿਹੜਾ ਹੈਗਾ ਉਹਦੇ ਨਾਲ 216 ਕਰੋੜ ਰੁਪਏ ਇੱਕ ਵਾਧੂ ਮਤਲਬ ਕਿ ਸਮਝ ਲਓ ਸਰਕਾਰ ਕੋਲ ਆਏਗਾ। ਲੇਕਿਨ ਉਹ ਲਾਣਾ ਕਿੱਥੇ ਹੈ ਜੀ? ਉਹ ਸਾਰਾ ਜਾਣਾ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਦੇ ਕੋਲ ਜਮ੍ਹਾਂ ਹੋ ਜਾਣਾ ਹੈ ਔਰ ਉਹਨੇ ਡਿਵੈਲਪਮੈਂਟ ਕਰਨੀ ਹੈ ਪੰਜਾਬ ਦੀ। ਸੋ ਪੰਜਾਬ ਦੇ ਪੈਸੇ ਪੰਜਾਬ ਲਈ ਉਹ ਲੱਗ ਰਹੇ ਨੇ ਔਰ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਨਾਲ ਵੀ ਪੰਜਾਬ ਦੇ ਵਿੱਚ ਕਮਾਈ ਆਏਗੀ। ਸੋ ਕਿਤੇ ਲਾ ਕੇ ਹੋਰ ਨਹੀਂ ਕਿਤੇ ਲਾਣ ਲੱਗੇ, ਉਹ ਪੰਜਾਬ ਦੇ ਬਿਹਤਰ ਵਾਸਤੇ ਹੀ ਉਹ ਪੈਸਾ ਲੱਗਣਾ ਹੈ। ਮਾਨ ਸਾਹਿਬ, ਜਦੋਂ 2017 ਦੀ ਵਿਧਾਨ ਸਭਾ ਦੀ ਇਲੈਕਸ਼ਨ ਸੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮਾਫੀ ਦੀ ਗੱਲ ਕੀਤੀ ਗਈ ਸੀ, ਪਰ ਅੱਜ ਵੀ ਕਰਜ਼ੇ ਨੂੰ ਲੈ ਕੇ ਖੁਦਕੁਸ਼ੀਆਂ ਬਰਕਰਾਰ ਨੇ। ਤੁਸੀਂ ਇਹ ਦੇਖੋ ਕਿ ਕਰਜ਼ਾ ਮਾਫੀ ਦੀ 10 ਸਾਲ ਪਹਿਲਾਂ ਸੁਖਬੀਰ ਬਾਦਲ ਹੋਰੀ ਰਹੇ, ਜਿਹੜੇ ਆਪਣੇ ਆਪ ਨੂੰ ਪਹਿਲਾਂ ਕਿਸਾਨ ਹਿਤੈਸ਼ੀ ਦੱਸਦੇ ਸੀ, ਪੰਜਾਬ ਹਿਤੈਸ਼ੀ, ਕਿਸਾਨ ਹਿਤੈਸ਼ੀ। 1 ਰੁਪਈਆ ਕਿਸੇ ਕਿਸਾਨ ਦਾ ਬਿੱਲ ਮਾਫ ਕੀਤਾ ਇਹਨਾਂ ਨੇ, ਇਹ ਆਪਣਾ ਕਰਜ਼ਾ 1 ਰੁਪਈਆ ਵੀ। ਕੈਪਟਨ ਸਾਹਿਬ ਨੇ ਕਿਹਾ ਸਾਡੇ ਤੁਸੀਂ ਕੋਈ ਕੋਆਪਰੇਟਿਵ ਸੁਸਾਇਟੀ ਐਸੀ ਨਹੀਂ ਜਿੱਥੇ 5-7 ਕਰੋੜ ਰੁਪਇਆ ਮਾਫੀ ਨਾ ਆਈ ਹੋਵੇ। ਮੇਰੇ ਆਪਣੇ ਹਲਕੇ ਦੇ ਵਿੱਚ ਵੀ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਕਈ ਬੰਦਿਆਂ ਦੀ ਘਰਾਂ 'ਚ 2-2 ਨੂੰ ਵੀ ਮਾਫੀ ਮਿਲ ਗਈ ਕਿ 2 ਲੱਖ ਇੱਕ ਦਾ ਮਾਫ ਹੋ ਗਿਆ, 2 ਲੱਖ ਦੂਜੇ ਦਾ ਮਾਫ ਹੋ ਗਿਆ। ਕੁਛ ਕੀਤਾ ਤਾਂ ਸਹੀ।
ਜੇ ਤੁਸੀਂ ਕੋ ਸਾਰਾ ਕਰਜ਼ਾ ਮਾਫ ਕਰਨਾ ਉਹ ਮੁਮਕਿਨ ਨਹੀਂ ਸੀ। ਜੇ ਸੈਂਟਰ ਸਾਡਾ ਸਾਥ ਦਿੰਦਾ, ਸੈਂਟਰ ਸਾਨੂੰ ਇਸ ਸਕੀਮ ਨੂੰ ਅੱਗੇ ਇੰਪਲੀਮੈਂਟ ਕਰਨ ਲਈ, ਤੇ ਹੋ ਜਾਣਾ ਸੀਗਾ। ਸਾਨੂੰ ਤਾਂ ਆਪਣਾ ਤੁਸੀਂ ਇਹ ਦੇਖੋ ਕਿ ਸਾਨੂੰ ਕਿੱਥੇ ਛੱਡ ਕੇ ਗਿਆ ਸੀ ਅਕਾਲੀ ਦਲ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ 2007 'ਚ ਜਦੋਂ ਦਿੱਤਾ ਅਕਾਲੀ ਦਲ ਨੂੰ, ਕਿੱਥੇ ਲੋਨ ਲਿਆ, ਆਪਣਾ ਕਰਜ਼ਾ ਸਟੇਟ ਤੇ ਕਿੰਨਾ ਸੀ, 10 ਸਾਲ 'ਚ ਕਿੰਨਾ ਚਾੜਿਆ, ਔਰ ਅੱਜ ਔਰ ਇਹਨਾਂ ਨੇ ਵੇਚਿਆ ਕੀ ਕੁਝ ਪੰਜਾਬ ਦਾ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 4 ਸਾਲਾਂ 'ਚ 1 ਇੰਚ ਜਗ੍ਹਾ ਵੇਚੀ ਨਹੀਂ ਪੰਜਾਬ ਦੀ। ਔਰ ਤੁਸੀਂ ਡਿਵੈਲਪਮੈਂਟ ਦੇਖੋ, ਜੋ ਅੱਜ ਡਿਵੈਲਪਮੈਂਟ ਪੰਜਾਬ ਵਿੱਚ ਹੋਈ ਹੈ, ਕਿੰਨੀਆਂ, ਕੋਈ ਜਿਹੜੀ 10 ਸਾਲ ਦੀ ਸੜਕ ਰਿਪੇਅਰ ਨਹੀਂ ਸੀ ਹੋਈ, ਅੱਜ ਉਹ ਸਾਰੀਆਂ ਸੜਕਾਂ ਰਿਪੇਅਰ ਕੀਤੀਆਂ ਗਈਆਂ ਪੰਜਾਬ ਦੇ ਵਿੱਚ। ਔਰ ਪਿੰਡਾਂ ਨੂੰ ਜੋ ਡਿਵੈਲਪਮੈਂਟ ਦੇ ਪੈਸੇ ਮਿਲ ਰਹੇ ਨੇ, ਕਿਸੇ ਪੰਚਾਇਤ ਕੋਲ ਜਾ ਕੇ ਪੁੱਛੋ ਕਿ ਕਿਸੇ ਨੂੰ 15 ਲੱਖ, ਕਿਸੇ ਨੂੰ 20 ਲੱਖ, ਕਿਸੇ ਨੂੰ 25 ਲੱਖ ਫੰਡ ਸਾਰੇ ਨੇ। ਇਹ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ ਕਿ ਬਿਨਾਂ ਕੋਈ ਪੰਜਾਬ ਦੀ ਚੀਜ਼ ਗਹਿਣੇ ਪਾ ਕੇ, ਬਿਨਾਂ ਕੋਈ ਚੀਜ਼ ਵੇਚੇ। ਤੁਸੀਂ ਦੇਖੋ ਪਟਿਆਲੇ ਦਾ ਜਿੰਨਾ ਵੇਚਿਆ ਗਿਆ ਸੀ ਸਰਹੰਦ ਰੋਡ ਤੇ, ਆਪਣਾ ਜਿਹੜੀ DC ਆਫਿਸ ਰੋਡ ਹੈ, ਜਿੰਨਾ ਰਾਜਪੁਰਾ ਰੋਡ ਤੇ ਜਿਹੜੇ ਕੁਆਟਰ ਵੇਚੇ ਸੀ, ਸਾਰਾ ਪੈਸਾ ਬਠਿੰਡੇ ਲੈ ਗਏ ਸੀਗੇ। ਸਾਡਾ ਪਟਿਆਲੇ ਦੀਆਂ ਪ੍ਰਾਪਰਟੀਆਂ ਵੇਚ ਕੇ ਸਰਕਾਰੀ ਤੇ ਉੱਥੇ ਲੈ ਗਏ ਸੀ। ਪੁਰਾਣਾ PWD ਗੈਸਟ ਹਾਊਸ ਅੱਜ ਵੀ ਦੇਖ ਲਓ ਤਾਂ ਕੀ ਹਾਲ ਹੈ। ਔਰ ਇਹਨਾਂ ਨੇ ਕੋਈ ਚੀਜ਼ ਵੇਚੀ ਨਹੀਂ, ਔਰ ਅੱਜ ਪਟਿਆਲੇ 'ਚ ਵੀ ਪੈਸੇ ਲੱਗੇ ਨੇ। ਅੱਜ 200 ਕਰੋੜ ਅਬੋਹਰ ਨੂੰ ਦਿੱਤਾ ਜਾ ਰਿਹਾ। ਅੱਜ ਕੈਪਟਨ ਅਮਰਿੰਦਰ ਸਿੰਘ ਹੀ ਲਿਆ ਰਹੇ ਨੇ, ਉਹੀ ਮੈਨੇਜ ਕਰ ਰਹੇ ਨੇ, ਬਿਨਾਂ ਪੰਜਾਬ ਦੀ ਚੀਜ਼ ਗਹਿਣੇ ਰੱਖੇ ਔਰ ਬਿਨਾਂ ਵੇਚੇ। ਸੋ ਇਹ ਬੜੀ ਵੱਡੀ ਬਹਾਦਰੀ ਹੈ ਜਿਹੜੀ ਸਰਕਾਰ ਚਲਾ ਗਏ। ਇਹ ਕੈਪਟਨ ਅਮਰਿੰਦਰ ਸਿੰਘ ਹੀ ਸਰਕਾਰ ਚਲਾ ਗਏ। ਪਹਿਲਾਂ ਵੀ ਜਦੋਂ ਪੰਜਾਬ ਨੂੰ ਪੈਰਾਂ ਤੇ ਕੀਤਾ, ਇਹਨਾਂ ਨੇ 10 ਸਾਲ ਲੁੱਟਿਆ ਔਰ ਸਾਡੀਆਂ ਪ੍ਰਾਪਰਟੀਆਂ ਵੇਚੀਆਂ ਅਕਾਲੀ ਦਲ ਨੇ। ਹੁਣ ਫਿਰ ਕਾਂਗਰਸ ਪਾਰਟੀ ਨੇ ਦੁਬਾਰਾ ਪੰਜਾਬ ਨੂੰ ਪੈਰਾਂ ਤੇ ਕੀਤਾ। ਅਗਰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਨਾ ਕਰੇ ਸੈਂਟਰਲ ਸਰਕਾਰ, ਮੋਦੀ ਗਵਰਨਮੈਂਟ, ਸਾਨੂੰ GST ਟਾਈਮ ਸਿਰ ਦੇਵੇ, ਸਾਨੂੰ RDF ਦੇਈ ਜਾਵੇ, ਤੇ ਕੋਈ ਦਿੱਕਤ ਹੀ ਨਹੀਂ। ਅਸੀਂ ਪੰਜਾਬ ਚਲਾ ਕੇ ਦਿਖਾਈਏ ਤੁਹਾਨੂੰ। ਹੁਣ ਵੀ ਪੰਜਾਬ 'ਚ ਲੋਕਾਂ ਦਾ ਮਨ ਹੈ ਕੈਪਟਨ ਸਾਹਿਬ ਨੂੰ ਦੁਬਾਰਾ ਲਿਆਉਣ ਦਾ। ਬਹੁਤ ਵੱਡਾ ਮਨ ਬਣਾਇਆ ਲੋਕਾਂ ਨੇ, ਕਿਸਾਨਾਂ ਨੇ ਵੀ ਮਨ ਬਣਾਇਆ ਹੋਇਆ ਕਿ ਇਹੀ ਸਰਕਾਰ ਹੈ ਜਿਹੜੀ ਪੰਜਾਬ ਨੂੰ ਸਾਂਭ ਸਕਦੀ ਹੈ। ਜੀ ਮਾਨ ਸਾਹਿਬ, ਇੱਕ ਆਖਰੀ ਸਵਾਲ ਕਿ ਵੀ ਜੋ ਖੇਤੀ ਕਾਨੂੰਨਾਂ ਲੈ ਕੇ ਸੁਪਰੀਮ ਕੋਰਟ ਨੇ ਕਹਿਤਾ ਕਿ BJP ਸਰਕਾਰ ਨੂੰ ਜੇਕਰ ਤੁਸੀਂ ਹੋਲਡ ਨਹੀਂ ਕਰਦੇ ਤਾਂ ਅਸੀਂ ਹੋਲਡ ਕਰ ਦਿੰਦੇ ਹਾਂ। ਦੂਜੇ ਪਾਸੇ BJP ਸਰਕਾਰ ਦਾ ਕਹਿਣਾ ਕਿ ਕਾਨੂੰਨ ਰੱਦ ਨਹੀਂ ਕਰਨੇ। ਕਿਸਾਨ ਕਹਿੰਦੇ ਅਸੀਂ ਤਾਂ ਇੱਕੋ ਸਾਡੀ ਮੰਗ ਹੈ, ਇੱਕੋ ਡਿਮਾਂਡ ਹੈ, ਕਾਨੂੰਨ ਰੱਦ ਕੀਤੇ ਜਾਣ। ਇਹਦਾ ਫਿਰ ਰਾਹ ਕਿਵੇਂ ਨਿਕਲੂਗਾ? ਦੇਖੋ, ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇਹਨੂੰ ਹੋਲਡ ਕਰ ਦਿੰਦੇ ਹਾਂ। ਪਿਛਲੀ ਜਿਹੜੀ ਹੀਅਰਿੰਗ ਸੀ ਉਹਦੇ ਵਿੱਚ ਭਾਰਤ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਇਹਨੂੰ ਵਿਦ ਹੋਲਡ ਕਰ ਸਕਦੇ ਹੋ। ਉਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ। ਹੁਣ ਇਹਨਾਂ ਨੇ ਕਿਹਾ ਵੀ ਤੁਸੀਂ ਹੋਲਡ ਕਰੋਗੇ ਕਿ ਅਸੀਂ ਕਰੀਏ, ਅਸੀਂ ਇਹਨੂੰ ਸਟੇ ਕਰ ਦਿੰਦੇ ਹਾਂ। ਅਸੀਂ ਉਹਦਾ ਵੈਲਕਮ ਕਰਦੇ ਹਾਂ। ਸਾਰੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਵੈਲਕਮ ਕੀਤਾ ਕਿ ਰੋਕ ਦੇਣ। ਲੇਕਿਨ ਜਿਹੜੀ ਸੁਪਰੀਮ ਕੋਰਟ ਮੋਨੀਟਰਡ ਕੋਈ ਕਮੇਟੀ ਬਣੇਗੀ ਉਹਦੇ 'ਚ ਅਸੀਂ ਸ਼ਾਮਲ ਨਹੀਂ ਹੋਵਾਂਗੇ, ਕਿਸਾਨਾਂ ਨੇ ਇਹ ਗੱਲ ਕਹੀ ਹੈ। ਲੇਕਿਨ ਐਜੀਟੇਸ਼ਨ ਚੱਲੇਗੀ। ਐਜੀਟੇਸ਼ਨ ਬਾਰੇ ਸੁਪਰੀਮ ਕੋਰਟ ਤੋਂ ਕੋਈ ਸਾਨੂੰ ਉਹਨਾਂ ਨੇ ਨਹੀਂ ਹੈ ਕਿ ਐਜੀਟੇਸ਼ਨ ਚੱਕੋ ਆਪਦੀ। ਐਜੀਟੇਸ਼ਨ ਕੰਟੀਨਿਊ ਹੋਊਗੀ। ਇਹ ਹੋਲਡ ਕਰ ਲੈਣ, ਬਹੁਤ ਚੰਗੀ ਗੱਲ ਹੈ। ਅਸੀਂ ਤਾਂ ਰੀਪੀਲ ਵਾਸਤੇ ਐਜੀਟੇਸ਼ਨ ਨੂੰ ਸਪੋਰਟ ਕਰ ਰਹੇ ਹਾਂ ਕਿਸਾਨਾਂ ਨੂੰ ਕਿ ਇਹ ਰੀਪੀਲ ਹੋਣੇ ਚਾਹੀਦੇ ਨੇ। ਜਦ ਤੱਕ ਨਹੀਂ ਹੁੰਦੇ ਉਦ ਤੱਕ ਐਜੀਟੇਸ਼ਨ ਨਹੀਂ ਚੱਕੇ ਜਾਊਗੀ। ਹੋਲਡ ਕਰਨਾ ਸੁਪਰੀਮ ਕੋਰਟ ਕਰ ਲੇ, ਉਹਨਾਂ ਦਾ ਧੰਨਵਾਦ ਕਰਾਂ। ਮਾਨ ਸਾਹਿਬ, ਸਨੌਰ ਹਲਕੇ ਤੋਂ ਤੁਸੀਂ ਬਿਲੋਂਗ ਕਰਦੇ ਹੋ। ਸਨੌਰ ਦੀ ਰਾਜਨੀਤਿਕ ਸਥਿਤੀ ਕੀ ਹੈ ਹੁਣ? ਸਨੌਰ ਹਲਕਾ ਬਹੁਤ ਵਧੀਆ, ਪਿਛਲੇ 40 ਸਾਲ ਤੋਂ ਕਾਂਗਰਸ ਦੇ ਹੱਕ 'ਚ ਹੀ ਜ਼ਿਆਦਾ ਗਿਆ। ਔਰ 2 ਵਾਰੀ ਇੱਥੇ ਅਕਾਲੀ ਦਲ ਵਾਲੇ ਜਿੱਤੇ ਨੇ। ਇੱਕ ਵਾਰੀ ਟੋਡਾ ਸਾਹਿਬ ਜਿੱਤੇ ਸੀ, ਲੇਕਿਨ ਇੱਕ ਵਾਰੀ ਚੰਦੂ ਮਾਜਰਾ ਇੱਥੋਂ ਜਿੱਤੇ ਸੀਗੇ ਆਪਣੇ ਵੱਡੇ, ਜਦੋਂ ਮੰਤਰੀ ਬਣੇ ਸੀ। ਡਕਾਲਾ ਹੁੰਦਾ ਸੀ। ਹਾਂ, ਇਸ ਵਾਰ ਤਾਂ ਇਹਨਾਂ ਦਾ ਜਿਹੜਾ ਮੈਨੂੰ ਲੇਟ ਟਿਕਟ ਦਿੱਤੀ ਹੈ ਔਰ ਮੈਨੂੰ ਸਿਰਫ ਉੱਥੇ 15 ਕੁ ਦਿਨ ਮਿਲੇ ਕੰਪੇਨ ਕਰਨ ਨੂੰ। ਔਰ ਹੁਣ ਮਹਾਰਾਣੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਉਹੀ ਸਨੌਰ ਹਲਕੇ ਨੇ 42,000 ਦੀ ਲੀਡ ਦਿੱਤੀ ਹੈ, ਜਿਹੜੀ ਪੰਜਾਬ ਵਿੱਚ 1 ਨੰਬਰ 'ਤੇ ਹੈ। ਇਹ ਸਨੌਰ ਦੇ ਸਾਰੇ ਵੋਟਰਾਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਪਿਛਲੀ ਵਾਰ ਇਲੈਕਸ਼ਨ 'ਚ ਮਹਾਰਾਣੀ ਸਾਹਿਬ 10,000 ਵੋਟਾਂ 'ਤੇ ਸਨੌਰ ਤੋਂ ਹਾਰੇ ਸੀ ਔਰ ਇਸ ਵਾਰ 42,000 'ਤੇ ਜਿੱਤੇ ਨੇ। ਇਹਦਾ ਮਤਲਬ 52,000 ਵੋਟ ਦਾ ਫਰਕ ਪਿਆ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ। ਇਹ ਸਨੌਰ ਵਾਸੀਆਂ ਦਾ, ਸਾਰੇ ਵੋਟਰਾਂ ਦਾ ਮੈਂ ਧੰਨਵਾਦ ਵੀ ਕਰਦਾ। ਔਰ ਮੇਰਾ ਖਿਆਲ ਹੈ ਕਿ ਕੈਪਟਨ ਸਾਹਿਬ ਨੇ ਤੇ ਮਹਾਰਾਣੀ ਸਾਹਿਬ ਨੇ ਜਿਹੜੇ ਸਨੌਰ 'ਚ ਕੰਮ ਕੀਤੇ ਨੇ, ਸਰਕਾਰ ਬਣਨ ਤੋਂ ਬਾਅਦ 2017 ਤੋਂ ਬਾਅਦ, ਲੋਕਾਂ ਨੇ ਮਹਾਰਾਣੀ ਸਾਹਿਬ ਦੇ ਕੰਮਾਂ 'ਤੇ ਮੋਹਰ ਲਾਈ ਹੈ ਕਿ ਆਹ ਕੰਮ 40 ਸਾਲ 'ਚ ਸਨੌਰ 'ਚ ਨਹੀਂ ਸੀ ਹੋਏ ਜੋ ਮਹਾਰਾਣੀ ਸਾਹਿਬ ਨੇ
ਆ ਪਿਛਲੇ 4 ਸਾਲਾਂ 'ਚ ਕਰਾਤੇ। ਜੀ ਸੋ ਧੰਨਵਾਦ ਮਾਨ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਦੋਸਤੋ ਬਹੁਤ-ਬਹੁਤ ਧੰਨਵਾਦ। ਦੋਸਤੋ ਇਹ ਸਨ ਸਾਡੇ ਨਾਲ ਹਰਿੰਦਰਪਾਲ ਸਿੰਘ ਹਰੀਮਾਨ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਿਆਸੀ ਗੱਲਾਂ ਬਾਤਾਂ ਕੀਤੀਆਂ ਤੇ ਹੋਰ ਖੇਤੀ ਕਾਨੂੰਨਾਂ ਲੈ ਕੇ ਗੱਲਾਂ ਬਾਤਾਂ ਕੀਤੀਆਂ, ਕਿਉਂਕਿ ਅੱਜ ਤਾਂ ਇੱਕੇ ਸਿਆਸੀ ਮਸਲਾ, ਇੱਕੇ ਸਮਾਜਿਕ ਮਸਲਾ, ਇੱਕੇ ਆਰਥਿਕ ਮਸਲਾ ਕਿ ਜੋ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਲਗਾਤਾਰ 1.5 ਮਹੀਨੇ ਤੱਕ ਦਾ ਸਮਾਂ ਹੋ ਗਿਆ ਉੱਥੇ ਦਿੱਲੀ ਧਰਨੇ ਤੇ ਬੈਠਿਆਂ ਨੂੰ। ਲੜਾਈ ਲੜ ਰਹੀਆਂ ਜਥੇਬੰਦੀਆਂ, ਲੜਾਈ ਲੜ ਰਹੇ ਕਾਰਕੁਨਾਂ ਦਾ ਕਹਿਣਾ ਕਿ ਸਾਡੀ ਪੰਜਾਬ ਦੀ ਹੋਂਦ ਦਾ ਸਵਾਲ ਹੈ, ਕਿਸਾਨੀ ਦਾ ਸਵਾਲ ਤਾਂ ਬਰਕਰਾਰ ਹੈ, ਸਾਡੀ ਹੋਂਦ ਦਾ ਸਵਾਲ ਹੈ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਸਾਡੀਆਂ ਜ਼ਮੀਨਾਂ, ਜਿਵੇਂ 2017 ਅਕਤੂਬਰ ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ, ਬਲਵੀਰ ਸਿੰਘ ਰਾਜੇਵਾਲ ਸ਼ਾਮਲ ਹੋਏ ਸੀ ਉਸ ਮੀਟਿੰਗ ਦੇ ਵਿੱਚ। ਉਦੋਂ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਕਿ ਮੀਟਿੰਗ ਦੇ ਵਿੱਚ ਕਿ ਜ਼ਮੀਨਾਂ ਜਾ ਰਹੀਆਂ ਨੇ ਪੰਜਾਬ ਦੀ, ਜਿਹਨੂੰ ਲੈ ਕੇ ਪੰਜਾਬ ਦੀ ਹੋਣੀ ਦਾ ਸਵਾਲ ਹੈ ਕਿ ਜ਼ਮੀਨਾਂ ਖਤਮ ਹੋ ਰਹੀਆਂ ਨੇ। ਕਾਰਪੋਰੇਟ ਹਾਊਸ ਦਾ ਕਹਿਣਾ ਸੀ ਕਿ ਅਸੀਂ ਖੇਤੀ ਕਰਨ ਨੂੰ ਤਿਆਰ ਹਾਂ, ਪਰ ਸਾਡੀ ਕੋਈ ਸ਼ਰਤ ਹੈ, ਸਾਨੂੰ 5-5, 7-7 ਹਜ਼ਾਰ ਦੇ ਕਲਸਟਰ ਬਣਾ ਕੇ ਦਿੱਤੇ ਜਾਣ, ਜਿੱਥੋਂ ਇਹ ਮਸਲਾ ਸਭ ਨਿਕਲ ਕੇ ਆਇਆ ਸੀ। ਲਗਾਤਾਰ ਜੋ ਅਪਡੇਟ ਹੋਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਡਾਕ।